ਇੰਜੀਨੀਅਰਿੰਗ ਮੈਥਮੈਟਿਕਸ 1 ਦੇ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ ਅਤੇ ਇਹ ਲੈਕਚਰ ਨੰਬਰ 27ਵਾਂ ਹੈ। ਅਤੇ ਅਸੀਂ ਇੰਟੀਗਰਲ ਕੈਲਕੂਲਸ ਤੇ ਆਪਣੀ ਚਰਚਾ ਜਾਰੀ ਰੱਖਾਂਗੇ ਅਤੇ ਅੱਜ ਦਾ ਵਿਸ਼ਾ ਇੰਟੀਗਰਲ ਸਾਈਨ ਦੇ ਅਧੀਨ ਡਿਫਰੈਂਸ਼ੀਏਸ਼ਨ ਹੋਵੇਗਾ। ਵਿਸ਼ੇਸ਼ ਤੌਰ ਤੇ ਅਸੀਂ ਲੈਬਨਿਟਜ਼ ਰੂਲ ਬਾਰੇ ਗੱਲ ਕਰਾਂਗੇ। ਸੋ ਇਹ ਉਹ ਰੂਲ ਹੈ ਜਿੱਥੇ ਅਸੀਂ ਇੰਟੀਗਰਲ ਸਾਈਨ ਦੇ ਅਧੀਨ ਡਿਫਰੈਂਸ਼ੀਏਸ਼ਨ ਲਈ ਲਾਗੂ ਕਰਦੇ ਹਾਂ। ਅਸੀਂ ਇਸ ਲੈਬਨਿਟਜ਼ ਰੂਲ ਅਤੇ ਕੁਝ ਕੰਮ ਦੀਆਂ ਸਮੱਸਿਆਵਾਂ ਦੇ ਉਪਯੋਗ ਬਾਰੇ ਵੀ ਜਾਣਾਂਗੇ। ਇਸ ਤੋਂ ਪਹਿਲਾਂ ਅਸੀਂ ਇਸ ਰੂਲ ਨੂੰ ਪਰਿਭਾਸ਼ਿਤ ਕਰੀਏ। ਇਸ ਰੂਲ ਤੇ ਚਰਚਾ ਕਰੀਏ। ਸਾਨੂੰ ਮੀਨ ਵੈਲਿਊ ਥਿਓਰਮ ਨੂੰ ਯਾਦ ਕਰਨ ਦੀ ਜ਼ਰੂਰਤ ਹੈ। ਅਸੀਂ ਪਹਿਲਾਂ ਹੀ ਡਿਫਰੈਂਸ਼ੀਅਲ ਕੈਲਕੂਲਸ ਵਿੱਚ ਪਿਛਲੇ ਲੈਕਚਰਾਂ ਵਿੱਚ ਚਰਚਾ ਕਰ ਚੁੱਕੇ ਸੀ। ਇਹ ਲੈਗਰੇਂਜ ਮੀਨ ਵੈਲਿਊ ਥਿਓਰਮ ਜੋ ਕਹਿੰਦੀ ਹੈ ਕਿ ਇਹ ਅਨੁਪਾਤ ਇੱਥੇ FB-FA ਹੈ ਅਤੇ ਭਾਗਫਲ ਓਵਰ -A F' ਦੇ ਬਰਾਬਰ ਹੈ ਜਿੱਥੇ A ਅਤੇ B ਦੇ ਵਿਚਕਾਰ ਕਿਤੇ ਹੈ। ਅਤੇ ਇੱਥੇ ਸਾਡੀਆਂ ਇਹ ਧਾਰਨਾਵਾਂ ਸਨ ਕਿ F ਨਜ਼ਦੀਕੀ ਇੰਟਰਵਲ AB ਤੇ ਨਿਰੰਤਰ ਹੈ ਅਤੇ ਓਪਨ ਇੰਟਰਵਲ AB ਤੇ ਡਿਫਰੈਂਸ਼ੀਏਬਲ ਹੈ। ਇਸ ਮੀਨ ਵੈਲਿਊ ਥਿਓਰਮ ਹੋਣ ਦੇ ਨਾਲ ਅਸੀਂ ਇਸ ਲੈਗਰੇਂਜ ਮੀਨ ਵੈਲਿਊ ਥਿਓਰਮ ਦੇ ਆਧਾਰ ਤੇ ਥੋੜਾ ਹੋਰ ਵੀ ਸ਼ਾਮਲ ਕਰ ਸਕਦੇ ਹਾਂ। ਸੋ ਸਾਡੇ ਕੋਲ ਇਹ ਇੱਕ B ਓਵਰ B-A ਹੈ ਜਿਵੇਂ ਇਹ ਹੈ ਅਤੇ ਇਹ FB-FA ਟਰਮ ਹੈ ਜਿਸਨੂੰ ਅਸੀਂ ਇੰਟੀਗਰਲ F' dx ਦੇ ਰੂਪ ਵਿੱਚ ਸਹੀ ਕਰ ਸਕਦੇ ਹਾਂ ਕਿਉਂਕਿ ਇਹ ਇੰਟੀਗਰਲ ਜੇ ਅਸੀਂ ਇਸ ਨੂੰ ਹੱਲ ਕਰਦੇ ਹਾਂ ਤਾਂ ਇਹ ਕੁਝ ਨਹੀਂ ਹੈ ਪਰ F(x) ਅਤੇ ਫਿਰ ਸਾਡੇ ਕੋਲ ਇੱਥੇ A ਤੋਂ B ਤੱਕ ਲਿਮਿਟ ਹੈ ਜੋ ਕਿ FB ਅਤੇ -FA ਹੋਵੇਗਾ। ਇਹ FB-FA ਇੱਥੇ ਬਿਲਕੁਲ ਉਹੀ ਟਰਮ ਹੈ ਅਤੇ ਇਹ B-A ਦੁਆਰਾ ਵੰਡਿਆ ਗਿਆ F' ਦੇ ਬਰਾਬਰ ਹੈ। ਹੁਣ ਅਸੀਂ ਇੱਕ ਹੋਰ ਅਜ਼ੰਪਸ਼ਨ ਬਣਾਵਾਂਗੇ ਜੋ ਅਸੀਂ ਮੰਨਦੇ ਹਾਂ ਕਿ f ਦਾ ਡੈਰੀਵੇਟਿਵ ਇਹ F' ਇਹ ਫੰਕਸ਼ਨ g ਦੁਆਰਾ ਦਰਸਾਇਆ ਗਿਆ ਹੈ। ਇਸ ਦੇ ਹੋਣ ਨਾਲ ਸਾਨੂੰ ਇੰਟੀਗਰਲ ਕੈਲਕੂਲਸ ਦੇ ਲਈ ਇੱਕ ਹੋਰ ਮੀਨ ਵੈਲਿਊ ਥਿਓਰਮ ਮਿਲਦੀ ਹੈ। ਇੱਥੇ F' ਨੂੰ g ਦੁਆਰਾ ਬਦਲਿਆ ਜਾਵੇਗਾ ਅਤੇ ਸਾਨੂੰ ਇਹ ਰੂਲ ਇੱਥੋਂ ਪ੍ਰਾਪਤ ਹੁੰਦਾ ਹੈ। ਇਸ ਲਈ A ਤੋਂ B ਅਤੇ ਇਹ gx dx B-A ਹੋਵੇਗਾ। ਇਸ ਲਈ ਇਹ ਲੈਫਟ ਹੈਂਡ ਸਾਈਡ ਤੋਂ B-A ਅਤੇ g ਹੈ। ਸੋ ਇਹ ਕੀ ਹੈ? ਇਸ ਦਾ ਇੱਥੇ ਕੀ ਅਰਥ ਹੈ? ਜੇ ਤੁਸੀਂ ਇਸ ਨੂੰ A ਤੋਂ B gx dx ਵਿੱਚ ਇੰਟੀਗਰੇਟ ਚਾਹੁੰਦੇ ਹੋ ਤਾਂ ਇਹ ਲਿਮਿਟ ਦੇ ਇਸ ਦੇ ਅੰਤਰ ਇਕੁਅਲ ਹੋਵੇਗਾ। ਇਸ ਲਈ B-A ਅਤੇ ਫਿਰ g ਇੰਟੀਗਰੈਂਡ A ਤੋਂ B ਦੇ ਇੰਟਰਵਲ ਦੇ ਕਿਸੇ ਪੁਆਇੰਟ ਤੇ ਲਿਆ ਜਾਂਦਾ ਹੈ ਤਾਂ ਸਾਨੂੰ ਨਹੀਂ ਪਤਾ ਇਹ ਪੁਆਇੰਟ ਬਿਲਕੁਲ ਕਿੱਥੇ ਹੈ ਪਰ ਇਸ ਦੀ ਮੀਨ ਵੈਲਿਊ ਥਿਓਰਮ ਕਹਿੰਦੀ ਹੈ ਕਿ ਇਹ ਇੰਟੀਗਰਲ ਇੰਟਰਵਲ ਵਿੱਚ ਕਿਸੇ ਵੀ ਪੁਆਇੰਟ ਤੇ g ਦੇ ਇਕੁਅਲ ਹੋਏਗਾ ਅਤੇ ਲਿਮਿਟ B-A ਦੇ ਇਸ ਅੰਤਰ ਦੁਆਰਾ ਗੁਣਾ ਕੀਤਾ ਜਾਏਗੀ। ਇਸ ਲਈ ਇਹਨਾਂ ਦੋ ਮੀਨ ਵੈਲਿਊ ਥਿਓਰਮਾਂ ਦੇ ਨਾਲ ਅਸੀਂ ਹੁਣ ਲੈਬਨਿਟਜ਼ ਰੂਲ ਲਈ ਅੱਗੇ ਵਧ ਸਕਦੇ ਹਾਂ। ਤਾਂ ਇਹ ਰੂਲ ਕਹਿੰਦਾ ਹੈ ਕਿ ਜੇ ਸਾਡੇ ਕੋਲ ਇਹ ਇੰਟੀਗਰਲ U1 ਅਲਫਾ ਹੈ ਤਾਂ ਇਹ ਲਿਮਿਟਾਂ ਹਨ A ਅਲਫਾ ਤੋਂ U2 ਅਲਫਾ ਦਾ ਕੁਝ ਫੰਕਸ਼ਨ ਹੋ ਸਕਦਾ ਹੈ ਅਤੇ ਇੰਟੀਗਰੈਂਡ ਦੋ ਵੇਰੀਏਬਲਾਂ ਦਾ ਫੰਕਸ਼ਨ ਹੈ। ਇਸ ਲਈ F(x ਅਲਫਾ dx ਤਾਂ ਅਸੀਂ ਮੰਨਦੇ ਹਾਂ ਕਿ ਇਹ ਅਲਫਾ ਦਾ ਇੱਕ ਫੰਕਸ਼ਨ ਹੈ ਕਿਉਂਕਿ ਅਸੀਂ ਇਸ x ਨੂੰ ਇੰਟੀਗਰਲ ਕਰ ਰਹੇ ਹਾਂ। ਇਹ ਇੰਟੀਗਰਲ ਕੀ ਹੈ? ਇਹ ਇੰਟੀਗਰਲ ਅਲਫਾ ਤੇ ਨਿਰਭਰ ਕਰਦਾ ਹੈ। ਇਸ ਲਈ ਅਸੀਂ ਮੰਨਦੇ ਹਾਂ ਕਿ ਇਹ ਅਲਫਾ ਦਾ ਇੱਕ ਫੰਕਸ਼ਨ ਹੈ ਅਤੇ ਇਹ ਰੂਲ ਕਹਿੰਦਾ ਹੈ ਕਿ ਜੇ ਇਹ U1 ਅਲਫਾ ਅਤੇ U2 ਅਲਫਾ ਫੰਕਸ਼ਨ ਇੱਥੇ ਲਿਮਿਟਾਂ ਵਿੱਚ ਅਲਫਾ ਦੇ ਫੰਕਸ਼ਨ ਦੇ ਰੂਪ ਵਿੱਚ ਮੌਜੂਦ ਹਨ ਤਾਂ ਉਹਨਾਂ ਕੋਲ ਅਲਫਾ ਦੇ ਸੰਬੰਧ ਵਿੱਚ ਕੰਟੀਨਿਊਅਸ ਫਸਟ ਆਰਡਰ ਡੈਰੀਵੇਟਿਵਜ਼ ਹਨ। ਜੇ ਇਹ ਸਥਿਤੀ ਹੈ ਤਾਂ ਅਸੀਂ ਅਲਫਾ ਦੇ ਸੰਬੰਧ ਵਿੱਚ ਇਸ ਫਾਈ ਨੂੰ ਡਿਫਰੈਂਸ਼ੀਏਟ ਕਰ ਸਕਦੇ ਹਾਂ ਜਾਂ ਦੂਜੇ ਸ਼ਬਦਾਂ ਵਿੱਚ ਅਸੀਂ ਇਸ ਇੰਟੀਗਰਲ ਦੇ ਡਿਫਰੈਂਸ਼ੀਏਸ਼ਨ ਨੂੰ ਲੈ ਸਕਦੇ ਹਾਂ ਅਤੇ ਰੂਲ ਕਹਿੰਦਾ ਹੈ ਕਿ ਇਹ d ਓਵਰ d ਅਲਫਾ ਇਨਟੂ ਇੰਟੀਗਰੇਲ ਤੇ ਜਾਵੇਗਾ ਅਤੇ ਸਾਡੇ ਕੋਲ ਡੈਰੀਵੇਟਿਵ ਹੋਵੇਗਾ ਜਾਂ ਇਸ F(x ਅਲਫਾ ਦਾ ਡਿਫਰੈਂਸ਼ੀਅਲ। ਸੋ ਇਸ F(x ਅਲਫਾ ਦਾ ਡੈਰੀਵੇਟਿਵ ਅਲਫਾ ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਹੋਵੇਗਾ ਕਿਉਂਕਿ ਇੱਥੇ ਦੋ ਵੇਰੀਏਬਲ ਹਨ। ਇਸ ਲਈ ਇਸ ਦੇ ਅਲਫਾ ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਹੋਵੇਗਾ ਅਤੇ ਫਿਰ ਕੁਝ ਹੋਰ ਟਰਮਜ਼ ਹੋਣਗੀਆਂ। ਇਹ ਰੂਲ ਕਹਿੰਦਾ ਹੈ ਕਿ ਅਸੀਂ ਇੱਥੇ ਡੈਰੀਵੇਟਿਵ ਲੈ ਸਕਦੇ ਹਾਂ। ਸਾਨੂੰ ਅਲਫਾ ਦੇ ਸੰਬੰਧ ਵਿੱਚ f ਦਾ ਇਹ ਪਾਰਸ਼ਲ ਡੈਰੀਵੇਟਿਵ ਮਿਲੇਗਾ ਫਿਰ ਪਲੱਸ ਇੱਥੇ ਉੱਪਰਲੀ ਲਿਮਿਟ ਦਾ ਡੈਰੀਵੇਟਿਵ ਹੈ। ਇਸ ਲਈ U2 ਅਲਫਾ ਸਾਨੂੰ ਇੱਥੇ du ਓਵਰ d ਅਲਫਾ ਮਿਲਦਾ ਹੈ। ਇਸ ਲਈ ਡੈਰੀਵੇਟਿਵ ਆਮ ਡੈਰੀਵੇਟਿਵ ਹੈ ਕਿਉਂਕਿ U2 ਸਿਰਫ ਅਲਫਾ ਤੇ ਨਿਰਭਰ ਕਰਦਾ ਹੈ। ਇਸ ਲਈ du2 ਓਵਰ d ਅਲਫਾ
ਅਤੇ ਫਿਰ ਇੱਥੇ ਇੰਟੀਗ੍ਰੈਂਡ ਵਿੱਚ ਜੋ ਕਿ f(x alpha c x v u2 alpha ਅਤੇ ਫਿਰ ਮਾਈਨਸ ਨਾਲ ਬਦਲਿਆ ਜਾਵੇਗਾ। ਹੁਣ ਹੇਠਲੀ ਲਿਮਿਟ ਦੇ ਲਈ ਸਾਡੇ ਕੋਲ ਦੁਬਾਰਾ ਫਿਰ ਹੇਠਲੀ ਲਿਮਿਟ du1/d alpha ਦਾ ਡੈਰੀਵੇਟਿਵ ਹੋਵੇਗਾ। ਅਤੇ ਇੱਥੇ ਫੰਕਸ਼ਨ ਦਾ ਇੰਟੀਗ੍ਰੈਂਡ ਹੁਣ ਹੋਵੇਗਾ ਇਸ u1 alpha ਤੇ ਮੁਲਾਂਕਣ ਕੀਤਾ ਗਿਆ ਹੈ, ਇਸ ਲਈ ਇਸ ਰੂਲ ਨੂੰ ਯਾਦ ਰੱਖਣਾ ਸੌਖਾ ਹੈ ਜਦੋਂ ਅਸੀਂ ਇਸ ਇੰਟੀਗਰਲ ਦੇ d alpha ਇੱਥੇ ਇਸ f x dx ਦਾ u1 ਤੋਂ u2 ਤਰ੍ਹਾਂ ਲੈਣਾ ਚਾਹੁੰਦੇ ਹਾਂ, ਇਸ ਲਈ ਇਹ ਇਸ ਦੇ ਇਕੁਅਲ ਹੋਵੇਗਾ। ਇਹ ਡੈਰੀਵੇਟਿਵ ਇੰਟੀਗਰਲ ਦੇ ਅੰਦਰ ਜਾਵੇਗਾ, ਇਸ ਲਈ ਇੰਟੀਗਰੈਂਡ ਫਿਰ ਇਹ ਅਲਫਾ ਦੇ ਸੰਬੰਧ ਵਿੱਚ f ਦਾ ਪਾਰਸ਼ਲ ਡੈਰੀਵੇਟਿਵ ਬਣ ਜਾਵੇਗਾ, ਇਸ ਲਈ ਇਹੀ ਉਹ ਇੱਕ ਟਰਮ ਹੈ ਜੋ ਦੂਜੀ ਟਰਮ ਦੀ ਉੱਪਰਲੀ ਲਿਮਿਟ ਦਾ ਡੈਰੀਵੇਟਿਵ ਹੋਵੇਗੀ। ਅਤੇ ਇੰਟੀਗਰੈਂਡ ਦਾ ਮੁਲਾਂਕਣ ਇਸ ਉੱਪਰਲੀ ਲਿਮਿਟ ਤੇ ਦੁਬਾਰਾ ਕੀਤਾ ਜਾਵੇਗਾ, ਇਸ ਲਈ ਇਸ x ਨੂੰ u2 ਅਲਫਾ ਮਾਈਨਸ ਨਾਲ ਬਦਲ ਦਿੱਤਾ ਜਾਏਗਾ। ਇੱਥੇ ਦੁਬਾਰਾ ਉਹੀ ਦ੍ਰਿਸ਼ ਹੈ, ਇਸ ਲਈ ਅਲਫਾ ਦੇ ਸੰਬੰਧ ਵਿੱਚ u1 ਦੀ ਹੇਠਲੀ ਲਿਮਿਟ ਦਾ ਡੈਰੀਵੇਟਿਵ ਅਤੇ ਫਿਰ ਇੰਟੀਗਰੈਂਡ ਦਾ ਇਸ u1 ਅਲਫਾ ਤੇ ਦੁਬਾਰਾ ਮੁਲਾਂਕਣ ਕੀਤਾ ਜਾਵੇਗਾ। ਇਸ ਲਈ ਇਹ ਲੈਬਨਿਟਜ਼ ਰੂਲ ਹੈ ਅਤੇ ਅਸੀਂ ਇਸ ਪ੍ਰੂਫ ਅਧੀਨ ਵੀ ਲੰਘਾਂਗੇ, ਜੋ ਕਿ ਗਿਆਨ ਦੇ ਨਾਲ ਬਹੁਤ ਸੌਖਾ ਹੈ, ਜਿਸ ਦੀ ਅਸੀਂ ਪਹਿਲਾਂ ਹੀ ਡਿਫਰੈਂਸ਼ੀਅਲ ਕੈਲਕੂਲਸ ਵਿੱਚ ਚਰਚਾ ਕਰ ਚੁੱਕੇ ਹਾਂ। ਅਸੀਂ ਇਹ ਸਾਬਤ ਕਰ ਸਕਦੇ ਹਾਂ ਕਿ dl ਫਾਈ ਦੇ ਉੱਤੇ ਇਹ d ਫਾਈ ਇਸ ਇੱਕ ਦੇ ਇਕੁਅਲ ਹੈ। ਇੱਥੇ ਲੈਬਨਿਟਜ਼ ਰੂਲ, ਇਸ ਲਈ ਅਸੀਂ ਇਸ ਇੰਟੀਗਰਲ ਨੂੰ ਅਲਫਾ ਫਾਈ ਅਲਫਾ ਦੇ ਇੱਕ ਫੰਕਸ਼ਨ ਵਜੋਂ ਲੈਂਦੇ ਹਾਂ ਅਤੇ ਫਿਰ ਇਸ ਡੈਲਟਾ ਫਾਈ ਨੂੰ ਫਾਈ ਵਿੱਚ ਵਾਧੇ ਤੇ ਕੰਸੀਡਰ ਕਰੋ, ਜਿਵੇਂ ਕਿ ਅਲਫਾ ਵਿੱਚ ਵਾਧੇ ਡੈਲਟਾ ਅਲਫਾ ਨੂੰ ਲੈ ਕੇ। ਇਸ ਲਈ ਸਾਡੇ ਕੋਲ ਫਾਈ ਅਲਫਾ ਪਲਸ ਡੈਲਟਾ ਅਲਫਾ ਅਤੇ ਮਾਈਨਸ ਫਾਈ ਅਲਫਾ ਹਨ। ਇਸ ਦੇ ਨਾਲ ਸਾਡੇ ਕੋਲ ਇੱਥੇ ਅਲਫਾ ਲਈ ਅਲਫਾ ਪਲਸ ਡੈਲਟਾ ਅਲਫਾ ਹੈ। ਇੱਥੇ ਅਲਫਾ ਨੂੰ ਡੈਲਟਾ ਅਲਫਾ ਨਾਲ ਬਦਲ ਦਿੱਤਾ ਜਾਵੇਗਾ। ਸਾਡੇ ਕੋਲ u1 ਅਲਫਾ ਪਲਸ ਡੈਲਟਾ ਅਲਫਾ ਹੇਠਲੀ ਲਿਮਿਟ ਹੋਵੇਗੀ ਅਤੇ ਫਿਰ ਉੱਪਰਲੀ ਲਿਮਿਟ u2 ਅਲਫਾ ਪਲਸ ਡੈਲਟਾ ਅਲਫਾ ਫੰਕਸ਼ਨ f(x) ਅਤੇ ਅਲਫਾ ਨੂੰ ਅਲਫਾ ਪਲਸ ਡੈਲਟਾ ਅਲਫਾ ਨਾਲ ਬਦਲ ਦਿੱਤਾ ਜਾਵੇਗਾ। ਇਸ ਲਈ ਜਿੱਥੇ ਵੀ ਸਾਡੇ ਕੋਲ ਅਲਫਾ ਹੈ ਉਹ ਅਲਫਾ ਪਲਸ ਡੈਲਟਾ ਅਲਫਾ ਨਾਲ ਬਦਲਿਆ ਜਾਵੇਗਾ ਅਤੇ ਇਸ ਫਾਈ ਅਲਫਾ ਨੂੰ ਮਾਈਨਸ ਦੁਬਾਰਾ ਉਹੀ ਇੰਟੀਗਰਲ u1 ਤੋਂ u2 ਅਤੇ f(x) ਅਲਫਾ ਅਤੇ dx। ਹੁਣ ਅਸੀਂ ਇੱਥੇ ਥੋੜੀ ਹੋਰ ਮੈਨੀਪਿਊਲੇਸ਼ਨ ਕਰਾਂਗੇ, ਇਸ ਲਈ u1 ਅਲਫਾ ਪਲਸ ਡੈਲਟਾ ਅਲਫਾ ਅਤੇ ਅਸੀਂ ਕਿਸੇ ਨੰਬਰ ਤੇ ਜਾ ਰਹੇ ਹਾਂ ਜੋ ਅਸਲ ਵਿੱਚ ਇੱਥੇ u1 ਅਲਫਾ ਦਿਖਾਈ ਦੇ ਰਿਹਾ ਹੈ, ਇਸ ਲਈ u1 ਅਲਫਾ ਤੱਕ ਇਸ ਇੰਟੀਗਰਲ ਨੂੰ ਅਸੀਂ ਹੁਣ ਤੋੜਨ ਜਾ ਰਹੇ ਹਾਂ। ਇਸ ਲਈ u1 ਅਲਫਾ ਪਲਸ ਡੈਲਟਾ ਅਲਫਾ ਤੋਂ ਇਹ ਨੰਬਰ u1 ਅਲਫਾ ਪਲਸ ਫਿਰ u1 ਅਲਫਾ ਤੋਂ ਕੋਈ ਹੋਰ ਨੰਬਰ ਇਹ u2 ਅਲਫਾ ਓਵਰ ਫੰਕਸ਼ਨ ਇੱਥੇ u2 ਅਲਫਾ ਅਤੇ ਫਿਰ u2 ਅਲਫਾ ਤੋਂ ਲਿਮਿਟ ਦੇ ਅੰਤ ਤੱਕ। ਇਸ ਲਈ ਅਸੀਂ ਇਸ ਇੰਟੀਗਰਲ ਨੂੰ ਇਹਨਾਂ ਤਿੰਨ ਇੰਟੀਗਰਲ ਦੇ ਜੋੜ ਵਜੋਂ ਲਿਆ ਹੈ, ਇਸ ਲਈ u1 ਤੋਂ ਅਲਫਾ ਪਲਸ ਡੈਲਟਾ ਅਲਫਾ ਤੋਂ u1 ਅਲਫਾ ਫਿਰ u1 ਅਲਫਾ ਤੋਂ u2 ਅਲਫਾ ਅਤੇ ਫਿਰ u2 ਅਲਫਾ ਤੋਂ ਅੰਤ ਦੀ ਲਿਮਿਟ ਤੱਕ ਇੱਥੇ u2 ਅਲਫਾ ਪਲਸ ਡੈਲਟਾ ਅਲਫਾ ਹੈ। ਇਸ ਲਈ ਇਹ ਲਿਮਿਟ ਦੀ ਪ੍ਰਾਪਰਟੀ ਹੈ, ਅਸੀਂ ਬਹੁਤ ਸਾਰੇ ਵਿਚਕਾਰਲੇ ਅੰਕ ਲੈ ਸਕਦੇ ਹਾਂ ਅਤੇ ਅਸੀਂ ਇੰਟੀਗਰਲ ਨੂੰ ਕਈ ਇੰਟੀਗਰਲਸ ਵਿੱਚ ਤੋੜ ਸਕਦੇ ਹਾਂ। ਫਿਰ ਸਾਡੇ ਕੋਲ ਇੱਥੇ ਮਾਈਨਸ ਬਿਲਕੁਲ ਉਹੀ ਟਰਮ ਹੈ, ਇਸ ਲਈ ਹੁਣ ਅਸੀਂ ਸਿਮਿਲਰ ਟਰਮਜ਼ ਨੂੰ ਮਿਲਾ ਦੇਵਾਂਗੇ। ਇਸ ਲਈ ਇੱਥੇ ਸਾਡੇ ਕੋਲ ਉਹੀ ਲਿਮਿਟਜ਼ u1 ਅਲਫਾ ਤੋਂ u2 ਅਲਫਾ ਇੱਥੇ ਵੀ u1 ਅਲਫਾ ਤੋਂ u2 ਅਲਫਾ ਹਨ। ਇਸ ਲਈ ਇਹ ਦੋ ਟਰਮਜ਼ ਜੋ ਅਸੀਂ ਜੋੜਾਂਗੇ ਅਤੇ ਫਿਰ ਸਾਡੇ ਕੋਲ f(x) ਅਲਫਾ ਪਲਸ ਡੈਲਟਾ ਅਲਫਾ ਅਤੇ ਮਾਈਨਸ f(x) ਅਲਫਾ ਦਾ ਇੰਟੀਗਰੈਂਡ ਹੋਵੇਗਾ। ਇਸ ਲਈ ਇਹ ਦੋ ਟਰਮਜ਼ ਮਿਲਾ ਦਿੱਤੀਆਂ ਜਾਣਗੀਆਂ ਅਤੇ ਫਿਰ ਸਾਡੇ ਕੋਲ ਨਾਲ ਹੀ ਇਹ ਦੋ ਟਰਮਜ਼ ਵੀ ਹੋਣਗੀਆਂ। ਇਸ ਲਈ ਇਹਨਾਂ ਦੋ ਟਰਮਜ਼ ਨੂੰ ਮਿਲਾ ਕੇ ਅਸੀਂ u1 ਤੋਂ u2 ਅਲਫਾ ਪ੍ਰਾਪਤ ਕਰਾਂਗੇ ਅਤੇ ਇਹ ਇੰਟੀਗਰੈਂਡ f(x) ਅਲਫਾ ਪਲਸ ਡੈਲਟਾ ਅਲਫਾ ਮਾਈਨਸ f(x) ਅਲਫਾ dx ਪਲਸ ਇਸ ਟਰਮ u2 ਤੋਂ u2 ਅਲਫਾ ਪਲਸ ਡੈਲਟਾ ਅਲਫਾ ਅਤੇ ਇਹ ਇੰਟੀਗਰੈਂਡ ਮਾਈਨਸ ਦਾ ਅੰਤਰ ਹੈ। ਇਸ ਲਈ ਇਹ ਉਹ ਲਿਮਿਟ ਹੈ ਜਿਸ ਨੂੰ ਅਸੀਂ ਉਲਟਾ ਦਿੱਤਾ ਹੈ। ਹੁਣ u1 ਅਲਫਾ ਤੋਂ u1 ਅਲਫਾ ਪਲਸ ਡੈਲਟਾ ਅਲਫਾ ਨੈਗੇਟਿਵ ਚਿੰਨ੍ਹ ਦੇ ਨਾਲ ਹੈ ਅਤੇ f(x) ਅਲਫਾ ਪਲਸ ਡੈਲਟਾ ਅਲਫਾ dx। ਇਸ ਲਈ ਹੁਣ ਸਾਡੇ ਕੋਲ ਇਹ ਤਿੰਨ ਇੰਟੀਗਰਲਸ ਹਨ ਅਤੇ ਹੁਣ ਅਸੀਂ ਮੀਨ ਵੈਲਿਊ ਥਿਓਰਮ ਨੂੰ ਲਾਗੂ ਕਰਾਂਗੇ। ਇਸ ਲਈ ਇੱਥੇ ਸਾਡੇ ਕੋਲ ਇਹ f(x) ਅਲਫਾ ਪਲਸ ਡੈਲਟਾ ਅਲਫਾ ਅਤੇ ਮਾਈਨਸ f(x) ਅਲਫਾ ਦਾ ਅੰਤਰ ਹੈ। ਇਸ ਲਈ ਅੰਤਰ ਦੂਜੀ ਆਰਗੂਮੈਂਟ ਅਲਫਾ
ਪਲੱਸ ਡੈਲਟਾ ਅਲਫਾ ਮਾਈਨਸ ਐਫ ਅਲਫਾ ਨਾਲ ਹੈ। ਇਸ ਲਈ ਇੱਥੇ ਅਸੀਂ ਡਿਫਰੈਂਸ਼ੀਅਲ ਕੈਲਕੂਲਸ ਜਾਂ ਲੈਗਰੇਂਜ ਮੀਨ ਵੈਲਿਊ ਥਿਓਰਮ ਤੋਂ ਮੀਨ ਵੈਲਿਊ ਥਿਓਰਮ ਲਾਗੂ ਕਰਾਂਗੇ ਅਤੇ ਇਹਨਾਂ ਦੋ ਇੰਟੀਗਰਲਸ ਵਿੱਚ ਅਸੀਂ ਇੰਟੀਗਰਲ ਕੈਲਕੂਲਸ ਤੋਂ ਮੀਨ ਵੈਲਿਊ ਥਿਓਰਮ ਨੂੰ ਲਾਗੂ ਕਰਾਂਗੇ, ਜਿਸ ਦੀ ਪਿਛਲੀ ਸਲਾਈਡ ਵਿੱਚ ਸਮੀਖਿਆ ਕੀਤੀ ਗਈ ਸੀ। ਇਸ ਲਈ ਫਸਟ ਇੰਟੀਗਰਲ ਲਈ ਮੀਨ ਵੈਲਿਊ ਥਿਓਰਮ ਦੀ ਵਰਤੋਂ ਕਰਦਿਆਂ ਸਾਡੇ ਕੋਲ ਇਹ ਅੰਤਰ ਹੈ। ਇਸ ਲਈ ਅਸੀਂ ਇੱਥੇ ਮੀਨ ਵੈਲਿਊ ਥਿਓਰਮ ਲਾਗੂ ਕਰਾਂਗੇ ਜੋ ਕਹਿੰਦੀ ਹੈ ਕਿ ਜੇ ਅਸੀਂ ਇੱਥੇ ਡੈਲਟਾ ਅਲਫਾ ਨਾਲ ਡਿਵਾਈਡ ਕਰਦੇ ਹਾਂ ਅਤੇ ਮਲਟੀਪਲਾਈ ਬਾਏ ਡੈਲਟਾ ਅਲਫਾ ਕਰਦੇ ਹਾਂ, ਇਸ ਲਈ ਅਸੀਂ ਅਜਿਹਾ ਕਰ ਸਕਦੇ ਹਾਂ। ਡੈਲਟਾ ਅਲਫਾ ਦੁਆਰਾ ਡਿਵਾਈਡ ਕਰੋ ਅਤੇ ਫਿਰ ਇੱਥੇ ਮਲਟੀਪਲਾਈ ਬਾਏ ਡੈਲਟਾ ਅਲਫਾ ਕਰੋ। ਇਸ ਲਈ ਲੈਗਰੇਂਜ ਮੀਨ ਵੈਲਿਊ ਥਿਓਰਮ ਦੁਆਰਾ ਇਹ ਇੱਕ ਅਲਫਾ ਦੇ ਸੰਬੰਧ ਵਿੱਚ ਡੈਰੀਵੇਟਿਵ ਹੋਵੇਗਾ ਕਿਉਂਕਿ ਵਾਧਾ ਅਲਫਾ ਵਿੱਚ ਹੈ। ਅਲਫਾ ਅਤੇ ਐਫ(x) ਦੇ ਸੰਬੰਧ ਵਿੱਚ ਡੈਰੀਵੇਟਿਵ ਅਤੇ ਇੱਥੇ ਕੁਝ ਪੁਆਇੰਟ xi ਜਿਸਨੂੰ ਅਸੀਂ ਇੱਥੇ xi1 ਕਹਿ ਰਹੇ ਹਾਂ। ਇਸ ਲਈ ਇਹ xi1 ਬਿਲਕੁਲ ਇੰਟਰਵਲ ਦੇ ਨਾਲ ਸੰਬੰਧਿਤ ਹੈ ਇੱਥੇ ਅਲਫਾ ਤੋਂ ਅਲਫਾ ਪਲੱਸ ਡੈਲਟਾ ਅਲਫਾ ਅਤੇ ਨੋਟ ਕਰੋ ਕਿ ਇਹ xi 0 ਤੇ ਜਾਏਗਾ ਡੈਲਟਾ ਅਲਫਾ 0 ਤੇ ਜਾਏਗਾ, ਬਾਅਦ ਵਿੱਚ ਲਿਮਿਟਸ ਨੂੰ ਲੈ ਕੇ ਜਾਏਗਾ। ਇਸ ਲਈ ਇਹ xi1 ਅਲਫਾ ਤੇ ਪਹੁੰਚ ਕਰੇਗਾ ਜਿਸ ਤਰ੍ਹਾਂ ਡੈਲਟਾ ਅਲਫਾ ਗੋਜ਼ ਟੂ ਹੈ। ਇਸ ਲਈ ਹੁਣ ਇਸ ਦੇ ਨਾਲ ਸਾਡੇ ਕੋਲ ਦੂਜਾ ਇੰਟੀਗਰਲ ਹੈ ਜੋ ਕਿ u2 ਤੋਂ u2 ਅਲਫਾ ਪਲੱਸ ਡੈਲਟਾ ਅਲਫਾ f(x) ਅਲਫਾ ਪਲੱਸ ਡੈਲਟਾ ਅਲਫਾ dx ਸੀ ਅਤੇ ਹੁਣ ਅਸੀਂ ਇੰਟੀਗਰਲ ਕੈਲਕੂਲਸ ਤੋਂ ਦੁਬਾਰਾ ਮੀਨ ਵੈਲਿਊ ਥਿਓਰਮ ਦੀ ਵਰਤੋਂ ਕਰਾਂਗੇ ਜੋ ਕਹਿੰਦਾ ਹੈ ਕਿ ਇਹ ਇੱਥੇ ਹੈ। ਕਿਉਂਕਿ ਇੰਟੀਗਰਲ x ਤੋਂ ਜ਼ਿਆਦਾ ਹੈ ਇਸ ਲਈ ਇਹ ਇਸ ਹਵਾਲੇ ਵਿੱਚ ਇੱਕ ਕੋਨਸਟੈਂਟ ਵਾਂਗ ਹੈ। ਇਸ ਲਈ ਇੰਟੀਗਰਲ x ਤੋਂ ਵੱਧ ਹੈ ਇਸ ਲਈ ਇਸ ਇੰਟੀਗਰਲ ਦੀਆਂ ਲਿਮਿਟਸ ਦੇ ਉੱਤੇ ਇਸ ਰੇਂਜ ਵਿੱਚ ਕਿਤੇ ਇੱਕ ਪੁਆਇੰਟ ਹੋਵੇਗਾ ਜਿੱਥੇ ਇੰਟੀਗਰਲ ਵੈਲਿਊ f ਦੇ ਇਕੁਅਲ ਹੋਵੇਗੀ ਤਾਂ ਇੱਥੇ ਕੁਝ ਪੁਆਇੰਟ xi ਇਸ x ਨੂੰ ਇਸ xi2 ਨਾਲ ਬਦਲ ਦਿੱਤਾ ਜਾਵੇਗਾ ਅਤੇ ਅਲਫਾ ਪਲੱਸ ਡੈਲਟਾ ਅਲਫਾ ਜਿਵੇਂ ਹੈ ਉਵੇਂ ਹੀ ਰਹੇਗਾ। ਅਤੇ ਫਿਰ ਲਿਮਿਟਸ ਦਾ ਅੰਤਰ ਇਸ ਲਈ u2 ਅਤੇ a ਮਾਈਨਸ u2 ਅਲਫਾ ਜਿੱਥੇ ਹੁਣ ਇਹ xi2 ਇੱਥੇ ਕਿਸੇ ਲਿਮਿਟ ਨਾਲ ਸੰਬੰਧਿਤ ਹੈ ਇਸ ਲਈ u2 ਅਲਫਾ ਤੋਂ u2 ਅਲਫਾ ਪਲੱਸ ਡੈਲਟਾ ਅਲਫਾ। ਇਸ ਲਈ ਇਹ ਇੰਟੀਗਰਲ ਕੈਲਕੂਲਸ ਲਈ ਮੀਨ ਵੈਲਿਊ ਥਿਓਰਮ ਸੀ ਅਤੇ ਹੁਣ ਦੂਜੇ ਇੰਟੀਗਰਲ ਲਈ ਉਹੀ ਥਿਓਰਮ ਅਸੀਂ ਲਾਗੂ ਕਰਾਂਗੇ। ਇਸ x ਨੂੰ ਕਿਸੇ xi3 ਨਾਲ ਬਦਲ ਦਿੱਤਾ ਜਾਵੇਗਾ ਇਸ ਲਈ ਪੁਆਇੰਟ xi3 ਤੇ ਇਹ ਫੰਕਸ਼ਨ ਮੁਲਾਂਕਣ ਅਤੇ ਲਿਮਿਟਸ ਦਾ ਅੰਤਰ ਹੈ ਇਸ ਲਈ u1 ਅਲਫਾ ਪਲੱਸ ਡੈਲਟਾ ਅਲਫਾ ਮਾਈਨਸ u1 ਅਲਫਾ ਹੈ ਅਤੇ ਦੁਬਾਰਾ ਇਹ xi3 ਇਸ u1 ਅਲਫਾ ਅਤੇ u1 ਅਲਫਾ ਪਲੱਸ ਡੈਲਟਾ ਅਲਫਾ ਦੇ ਵਿਚਕਾਰ ਹੋਵੇਗਾ। ਇਹ ਤਿੰਨ ਇੰਟੀਗਰਲਸ ਇਹਨਾਂ ਰਾਈਟ ਹੈਂਡ ਸਾਈਡ ਦੀਆਂ ਟਰਮਜ਼ ਦੁਆਰਾ ਬਦਲ ਦਿੱਤੇ ਜਾਣਗੇ ਦੁਬਾਰਾ ਇੱਕ ਇੰਟੀਗਰਲ ਅਤੇ ਇਹ ਦੋ ਟਰਮਜ਼ ਹੋਣਗੀਆਂ। ਇਹ ਇੰਟੀਗਰਲਸ ਦੇ ਰੂਪ ਵਿੱਚ ਅਸਲ ਡੈਲਟਾ ਫਾਈ ਸੀ ਅਤੇ ਹੁਣ ਅਸੀਂ ਸਾਰਿਆਂ ਨੂੰ ਬਦਲ ਦੇਵਾਂਗੇ। ਇੱਥੇ ਅਸੀਂ ਇਹ ਲੈਗਰੇਂਜ ਮੀਨ ਵੈਲਿਊ ਥਿਓਰਮ ਨੂੰ ਲਾਗੂ ਕੀਤਾ ਹੈ ਫਿਰ ਇੰਟੀਗਰਲ ਲਈ ਮੀਨ ਵੈਲਿਊ ਥਿਓਰਮ ਇੱਥੇ ਵੀ ਇੰਟੀਗਰਲ ਲਈ ਮੀਨ ਵੈਲਿਊ ਥਿਓਰਮ ਅਸੀਂ ਪਹਿਲੀ ਟਰਮ ਤੋਂ ਪ੍ਰਾਪਤ ਕਰਾਂਗੇ। ਕਿਉਂਕਿ ਅਸੀਂ ਇੱਥੇ ਲੈਗਰੇਂਜ ਮੀਨ ਵੈਲਿਊ ਥਿਓਰਮ ਨੂੰ ਲਾਗੂ ਕੀਤਾ ਹੈ ਇਸ ਲਈ ਸਾਨੂੰ ਇਹ f ਅਲਫਾ ਮਿਲਦਾ ਹੈ ਅਤੇ ਇਹ dd ਡੈਲਟਾ ਅਲਫਾ ਦੂਜੀ ਟਰਮ ਤੋਂ ਉੱਥੇ ਹੋਵੇਗਾ। ਅਸੀਂ ਇੰਟੀਗਰਲ ਕੈਲਕੂਲਸ ਤੋਂ ਮੀਨ ਵੈਲਿਊ ਥਿਓਰਮ ਨੂੰ ਲਾਗੂ ਕੀਤਾ ਹੈ ਅਤੇ ਦੁਬਾਰਾ ਇੱਥੇ ਵੀ ਇੰਟੀਗਰਲ ਕੈਲਕੂਲਸ ਤੋਂ ਮੀਨ ਵੈਲਿਊ ਥਿਓਰਮ ਲਾਗੂ ਕੀਤੀ ਹੈ। ਇਸ ਲਈ ਇਹ ਤਿੰਨ ਇੰਟੀਗਰਲਸ ਹੁਣ ਸਾਡੇ ਇੱਥੇ ਨਵੇਂ ਟਰਮਜ਼ ਹਨ ਅਤੇ ਅਸੀਂ ਇਹਨਾਂ ਵਿੱਚੋਂ ਹਰੇਕ ਟਰਮਜ਼ ਨੂੰ ਡੈਲਟਾ ਅਲਫਾ ਦੁਆਰਾ ਡਿਵਾਈਡ ਕਰਾਂਗੇ। ਇਸ ਲਈ ਇੱਥੇ ਡੈਲਟਾ ਅਲਫਾ ਅਤੇ ਇੱਥੇ ਵੀ ਇਹ ਡੈਲਟਾ ਅਲਫਾ ਇੱਥੇ ਅਸੀਂ ਡੈਲਟਾ ਅਲਫਾ ਦੁਆਰਾ ਡਿਵਾਈਡ ਕਰਾਂਗੇ ਅਤੇ ਇੱਥੇ ਵੀ ਅਸੀਂ ਡੈਲਟਾ ਅਲਫਾ ਦੁਆਰਾ ਡਿਵਾਈਡ ਕਰਾਂਗੇ। ਅਤੇ ਹੁਣ ਇਸ ਡੈਲਟਾ ਅਲਫਾ ਦੇ ਨਾਲ ਇਸ ਡੈਲਟਾ u2 ਇਹ u2 ਵਿੱਚ ਵਾਧਾ ਹੈ ਜਦੋਂ ਅਸੀਂ ਡੈਲਟਾ ਅਲਫਾ ਦੁਆਰਾ ਅਲਫਾ ਵਿੱਚ ਵਾਧਾ ਕਰਦੇ ਹਾਂ। ਇਸ ਲਈ ਇਹ ਡੈਲਟਾ u2 ਹੈ ਇਹ ਡੈਲਟਾ u1 ਹੈ। ਇਸ ਨੋਟੇਸ਼ਨ ਦੇ ਨਾਲ ਅਸੀਂ ਹੁਣ ਅੱਗੇ ਵਧਦੇ ਹਾਂ। ਇੱਥੇ ਡੈਲਟਾ u2 ਓਵਰ ਡੈਲਟਾ u1 ਓਵਰ ਡੈਲਟਾ ਅਲਫਾ ਅਤੇ ਡੈਲਟਾ ਅਲਫਾ ਇੱਥੇ ਕੈਂਸਲ ਹੋ ਜਾਂਦੇ ਹਨ। ਇਸ ਲਈ ਹੁਣ ਇਸ ਇਕੁਏਸ਼ਨ ਵਿੱਚ ਅਸੀਂ ਲਿਮਿਟ ਨੂੰ ਪਾਰ ਕਰ ਸਕਦੇ ਹਾਂ ਕਿਉਂਕਿ ਡੈਲਟਾ ਅਲਫਾ ਗੋਜ਼ ਟੂ 0 ਹੈ। ਇਸ ਲਈ ਇਸ ਲਿਮਿਟ ਨੂੰ ਪਾਰ ਕਰਨ ਨਾਲ ਡੈਲਟਾ ਅਲਫਾ 0 ਗੋਜ਼ ਟੂ ਹੈ। ਇਹ ਅਲਫਾ ਡੈਰੀਵੇਟਿਵ ਦੇ ਉੱਤੇ d ਫਾਈ ਬਣ ਜਾਵੇਗਾ ਅਤੇ ਇਹ ਪਹਿਲੀ ਟਰਮ ਹੋਵੇਗੀ। ਇਸ ਲਈ xi1 ਅਲਫਾ ਤੇ ਜਾਏਗਾ ਅਤੇ ਸਾਡੇ ਕੋਲ u1 ਅਲਫਾ ਤੋਂ u2 ਅਲਫਾ f ਅਲਫਾ ਬਾਕੀ ਸਭ ਕੁਝ ਇੱਕੋ ਜਿਹਾ ਹੈ। ਇਸ ਲਈ ਇਹ xi1 ਅਲਫਾ ਤੇ ਗੋਜ਼ ਟੂ ਹੈ ਜਦੋਂ ਡੈਲਟਾ ਅਲਫਾ ਗੋਜ਼ ਟੂ 0 ਹੈ। ਇੱਥੇ ਸਾਡੇ ਕੋਲ xi2 ਟਰਮ ਹਨ ਅਤੇ xi2 u2 ਅਲਫਾ ਅਤੇ u2 ਅਲਫਾ ਪਲੱਸ ਡੈਲਟਾ ਅਲਫਾ ਦੇ ਵਿਚਕਾਰ ਹੈ। ਇਸ ਲਈ ਜਦੋਂ ਡੈਲਟਾ ਅਲਫਾ ਗੋਜ਼ ਟੂ 0 ਹੈ ਤਾਂ xi2 u2 ਅਲਫਾ
ਅਤੇ ਫਿਰ ਇੱਥੇ ਵੀ ਜਦੋਂ ਡੈਲਟਾ ਅਲਫਾ ਗੋਜ਼ ਟੂ ਹੈ 0 ਹੈ ਤਾਂ ਇਹ ਅਲਫਾ ਤੇ ਜਾਏਗਾ ਅਤੇ ਇੱਥੇ ਇਹ ਦੁਬਾਰਾ ਡੈਰੀਵੇਟਿਵ ਬਣ ਜਾਵੇਗਾ du2/d ਅਲਫਾ ਮਾਈਨਸ ਇਹੀ ਚੀਜ਼ ਇੱਥੇ xi3 u1 ਅਲਫਾ ਤੋਂ u1 ਅਲਫਾ ਪਲਸ ਡੈਲਟਾ ਅਲਫਾ ਦੇ ਵਿਚਕਾਰ ਹਨ ਅਤੇ ਜਦੋਂ ਡੈਲਟਾ ਅਲਫਾ ਗੋਜ਼ ਟੂ 0 ਹੈ। ਇਸ ਲਈ ਇਹ ਟਰਮ xi3 ਤੁਹਾਡੇ ਲਈ 1 ਅਲਫਾ ਵਿੱਚ ਜਾਵੇਗਾ ਇਸ ਲਈ ਸਾਡੇ ਕੋਲ ਇੱਥੇ f ਅਤੇ u1 ਅਲਫਾ ਹੈ ਅਤੇ ਇਹ ਅਲਫਾ ਪਲਸ ਡੈਲਟਾ ਅਲਫਾ ਅਲਫਾ ਹੋਵੇਗਾ ਜਿਸ ਤਰ੍ਹਾਂ ਡੈਲਟਾ ਅਲਫਾ ਗੋਜ਼ ਟੂ 0 ਹੈ ਅਤੇ ਫਿਰ ਇਹ ਡੈਲਟਾ u1 ਓਵਰ ਡੈਲਟਾ ਅਲਫਾ ਦੇ ਸੰਬੰਧ ਵਿੱਚ u1 ਦਾ ਦੁਬਾਰਾ ਡੈਰੀਵੇਟਿਵ ਬਣ ਜਾਵੇਗਾ। ਇਸ ਲਈ ਅਸੀਂ ਰੂਲ ਦੇ ਨਾਲ ਕਰ ਲਿਆ ਹੈ ਜੋ ਕਹਿੰਦਾ ਹੈ ਕਿ ਇਹ ਡਿਫਰੈਂਸ਼ੀਏਸ਼ਨ ਇੰਟੀਗਰਲ ਸਾਈਨ ਦੇ ਅਧੀਨ ਹੈ ਇਸ ਲਈ ਜਦੋਂ ਅਸੀਂ ਡਿਫਰੈਂਸ਼ੀਏਸ਼ਨ ਲੈਣਾ ਚਾਹੁੰਦੇ ਹਾਂ ਤਾਂ ਇਹ ਇੰਟੀਗਰੈਂਡ ਤੇ ਜਾਏਗਾ ਅਲਫਾ ਦੇ ਸੰਬੰਧ ਵਿੱਚ f ਦਾ ਪਾਰਸ਼ਲ ਡੈਰੀਵੇਟਿਵ ਅਤੇ ਅਲਫਾ ਦੇ ਉੱਪਰ ਇੱਕ ਟਰਮ du2 ਹੋਵੇਗਾ ਇਸ ਲਈ ਉੱਪਰਲੀ ਲਿਮਿਟ ਦਾ ਡੈਰੀਵੇਟਿਵ ਹੈ ਅਤੇ ਉਹੀ ਲਿਮਿਟ ਇੰਟੀਗਰੈਂਡ ਵਿੱਚ ਬਦਲੀ ਜਾਏਗੀ ਲਿਮਿਟ ਦੇ ਡੈਰੀਵੇਟਿਵ ਨੂੰ ਘਟਾਏਗੀ ਅਤੇ ਉਹੀ ਲਿਮਿਟ ਫੰਕਸ਼ਨ ਵਿੱਚ ਬਦਲੀ ਜਾਏਗੀ। ਇਸ ਲਈ ਇੱਕ ਖਾਸ ਕੇਸ ਜਿਸਦੀ ਅਸੀਂ ਅਕਸਰ ਵਰਤੋਂ ਕਰਦੇ ਹਾਂ ਅਸੀਂ ਮੰਨਦੇ ਹਾਂ ਕਿ ਇੱਕ ਅਲਫਾ ਅਤੇ u2 ਅਲਫਾ ਉਹ ਅਲਫਾ ਤੇ ਨਿਰਭਰ ਨਹੀਂ ਕਰਦੇ ਇਸ ਲਈ ਉਹ ਕੋਨਸਟੈਂਟ ਹਨ ਇਸ ਲਈ ਉਸ ਸਥਿਤੀ ਵਿੱਚ ਇੱਥੇ ਦੂਜੀ ਅਤੇ ਤੀਜੀ ਟਰਮ ਕੈਂਸਲ ਕਰ ਦਿੱਤੀ ਜਾਵੇਗੀ ਕਿਉਂਕਿ du2 ਓਵਰ d ਅਲਫਾ ਅਤੇ du1 ਓਵਰ d ਅਲਫਾ 0 ਹੋ ਜਾਣਗੇ ਅਤੇ ਫਿਰ ਸਾਡੇ ਕੋਲ ਸਿਰਫ ਪਹਿਲੀ ਟਰਮ ਹੈ। ਇਸ ਲਈ ਜੇ ਸਾਡੇ ਕੋਲ ਕੋਨਸਟੈਂਟ ਲਿਮਿਟਸ ਹਨ ਤਾਂ ਸਾਡੇ ਕੋਲ ਸਿਰਫ ਇੱਕ ਹੀ ਟਰਮ ਹੋਵੇਗੀ ਜਦੋਂ ਅਸੀਂ ਡੈਰੀਵੇਟਿਵ ਲੈਂਦੇ ਹਾਂ ਜਾਂ ਇੰਟੀਗਰਲ ਸਾਈਨ ਦੇ ਅਧੀਨ ਡਿਫਰੈਂਸ਼ੀਏਟ ਕਰਦੇ ਹਾਂ। ਇਸ ਲਈ ਸਿਰਫ ਇੱਕ ਹੀ ਟਰਮ ਹੋਵੇਗੀ ਕਿਉਂਕਿ ਇਹ ਦੋ ਟਰਮਜ਼ ਕੈਂਸਲ ਹੋ ਜਾਣਗੀਆਂ ਜਾਂ ਆਮ ਤੌਰ ਤੇ ਅਸੀਂ ਇਸ ਇੰਟੀਗਰਲ ਨੂੰ d ਓਵਰ d ਅਲਫਾ ਦੀ ਤਰ੍ਹਾਂ ਲਿਖਦੇ ਹਾਂ ਇਸ ਲਈ ਇਹ d ਓਵਰ d ਅਲਫਾ ਹੈ ਕਿਉਂਕਿ ਇਸ ਦੀਆਂ ਲਿਮਿਟਸ ਕੋਨਸਟੈਂਟ ਹਨ। ਅਸੀਂ ਇੰਟੀਗਰੈਂਡ ਤੇ ਜਾਵਾਂਗੇ ਅਤੇ ਫਿਰ ਸਾਡੇ ਕੋਲ ਇੰਟੀਗਰਲ ਸਾਈਨ ਦੇ ਅਧੀਨ ਇਹ ਡਿਫਰੈਂਸ਼ੀਏਸ਼ਨ ਹੈ। ਅਸੀਂ ਇਸ ਡੈਰੀਵੇਟਿਵ ਨੂੰ ਇੰਟੀਗਰਲ ਵਿੱਚ ਲੈ ਸਕਦੇ ਹਾਂ ਪਰ ਇਹ ਪਾਰਸ਼ਲ ਡੈਰੀਵੇਟਿਵ ਵਰਗਾ ਹੋਵੇਗਾ ਕਿਉਂਕਿ f ਹੁਣ ਦੋ ਵੇਰੀਏਬਲ x ਅਤੇ ਅਲਫਾ ਤੇ ਨਿਰਭਰ ਕਰਦਾ ਹੈ। ਇਸ ਲਈ ਹੁਣ ਇਸ ਉਦਾਹਰਣ ਵਿੱਚ ਅਸੀਂ ਦਿਖਾਵਾਂਗੇ ਕਿ ਇੰਟੀਗਰਲ 0 ਤੋਂ ਇਨਫਿਨਿਟੀ tan ਇਨਵਰਸ x ਓਵਰ x ਅਤੇ 1 ਪਲਸ x ਸਕੁਏਰ dx ਪਾਈ ਬਾਏ 2 ਹੈ ਪਲਸ a ਅਤੇ a ਦਾ ਲਘੂਗਣਕ 0 ਤੋਂ ਵੱਡਾ ਜਾਂ ਇਸ ਦੇ ਇਕੁਅਲ ਹੈ। ਇਸ ਲਈ ਇੰਟੀਗਰੇਲ ਦੇ ਅਧੀਨ ਇਸ ਡਿਫਰੈਂਸ਼ੀਏਸ਼ਨ ਦਾ ਇਹ ਵਿਚਾਰ ਅਕਸਰ ਅਜਿਹੇ ਗੁੰਝਲਦਾਰ ਇੰਟੀਗਰਲਸ ਦੀ ਕੰਪਿਊਟ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਉਹ ਇੰਟੀਗਰਲ ਸਾਈਨ ਦੇ ਅਧੀਨ ਇਸ ਡਿਫਰੈਂਸ਼ੀਏਸ਼ਨ ਦੇ ਵਿਚਾਰ ਨਾਲ ਬਹੁਤ ਸਰਲ ਹੋ ਜਾਂਦੇ ਹਨ ਕਿਉਂਕਿ ਅਸੀਂ ਅਸਲ ਵਿੱਚ ਇਸ ਮਾਮਲੇ ਵਿੱਚ ਦਿੱਤੇ ਗਏ ਇੰਟੀਗਰਲ ਨੂੰ ਇਸ ਦੇ ਇੱਕ ਫੰਕਸ਼ਨ ਦੇ ਰੂਪ ਵਿੱਚ ਕੰਸੀਡਰ ਕਰਦੇ ਹਾਂ ਕਿਉਂਕਿ tan ਇਨਵਰਸ ਵਿੱਚ ਉੱਥੇ ਇਹ ਹੈ। ਇਹ ਦਿੱਤੇ ਗਏ ਇੰਟੀਗਰਲ ਲਈ ਫਾਈ a ਅਤੇ 0 ਤੋਂ ਇਨਫਿਨਿਟੀ tan ਇਨਵਰਸ x ਓਵਰ x ਸਕੁਏਰ ਪਲਸ dx ਹੈ ਜੋ ਅਸੀਂ a ਦੇ ਫੰਕਸ਼ਨ ਵਜੋਂ ਲਿਆ ਹੈ ਅਤੇ ਹੁਣ ਅਸੀਂ ਡੈਰੀਵੇਟਿਵ ਨੂੰ ਲਵਾਂਗੇ ਜਾਂ a ਦੇ ਸੰਬੰਧ ਵਿੱਚ ਇਸ ਨੂੰ ਡਿਫਰੈਂਸ਼ੀਏਟ ਕਰਾਂਗੇ। ਡਿਫਰੈਂਸ਼ੀਏਸ਼ਨ ਦੇ ਨਾਲ ਜੇ ਅਸੀਂ ਕੁਝ ਸਰਲਤਾ ਜਾਂ ਨਤੀਜਾ ਇੰਟੀਗਰਲ ਦੇਖ ਸਕਦੇ ਹਾਂ ਜਿਸ ਨੂੰ ਅਸੀਂ ਆਸਾਨੀ ਨਾਲ ਹੱਲ ਕਰ ਸਕਦੇ ਹਾਂ ਤਾਂ ਇਹ ਉਪਯੋਗੀ ਹੋਣ ਜਾ ਰਿਹਾ ਹੈ ਕਿਉਂਕਿ ਇਸ ਰੂਪ ਵਿੱਚ ਦਿੱਤਾ ਗਿਆ ਇੰਟੀਗਰਲ ਮੁਲਾਂਕਣ ਕਰਨ ਲਈ ਥੋੜਾ ਗੁੰਝਲਦਾਰ ਹੈ। ਪਰ ਜੇ ਅਸੀਂ ਇੱਥੇ a ਦੇ ਸੰਬੰਧ ਵਿੱਚ ਡਿਫਰੈਂਸ਼ੀਏਟ ਕਰਦੇ ਹਾਂ ਤਾਂ ਕੀ ਹੋਵੇਗਾ ਹਾਲਾਂਕਿ ਲਿਮਿਟਸ ਨੂੰ ਇੱਥੇ ਕੋਨਸਟੈਂਟ ਮੰਨਿਆ ਜਾਵੇਗਾ। ਇੱਕ ਇਹ ਨੋਟ ਕਰਨਾ ਚਾਹੀਦਾ ਹੈ ਕਿ ਜਨਰਲ ਤੌਰ ਤੇ ਇਹ ਲੈਬਨਿਟਜ਼ ਰੂਲ ਜਾਂ ਡਿਫਰੈਂਸ਼ੀਏਸ਼ਨ ਅਤੇ ਇੰਟੀਗਰਲ ਸਾਈਨ ਜੋ ਨਿਯਮ ਅਸੀਂ ਸਾਬਤ ਕਰ ਚੁੱਕੇ ਹਾਂ ਜੋ ਕਿ ਇੰਪਰੋਪਰ ਇੰਟੀਗਰਲਸ ਲਈ ਯੋਗ ਨਹੀਂ ਹੈ। ਸਾਨੂੰ ਜਨਰਲ ਤੌਰ ਤੇ ਕੁਝ ਵਾਧੂ ਸ਼ਰਤਾਂ ਦੀ ਜ਼ਰੂਰਤ ਹੈ ਪਰ ਇਹ ਸਾਰੀਆਂ ਉਦਾਹਰਨਾਂ ਜੋ ਲਾਗੂ ਹੁੰਦੀਆਂ ਹਨ ਅਤੇ ਅਸੀਂ ਇੰਪਰੋਪਰ ਇੰਟੀਗਰਲਸ ਲਈ ਇਸ ਲੈਬਨਿਟਜ਼ ਰੂਲ ਦੇ ਲਾਗੂ ਹੋਣ ਬਾਰੇ ਵਧੇਰੇ ਵੇਰਵਿਆਂ ਵਿੱਚ ਨਹੀਂ ਜਾ ਰਹੇ। ਇੱਥੇ ਮੰਨੀਆਂ ਗਈਆਂ ਸਾਰੀਆਂ ਉਦਾਹਰਨਾਂ ਜੋ ਕਿ ਰੂਲ ਲਾਗੂ ਯੋਗ ਹਨ ਇੱਥੇ ਇਹਨਾਂ ਕੋਨਸਟੈਂਟ ਲਿਮਿਟਸ ਦਾ ਇਲਾਜ ਕਰਦਿਆਂ ਅਸੀਂ ਸਿਰਫ a ਦੇ ਸੰਬੰਧ ਵਿੱਚ ਡਿਫਰੈਂਸ਼ੀਏਟ ਕਰ ਸਕਦੇ ਹਾਂ। ਇਸ ਲਈ ਇਹ tan ਇਨਵਰਸ x 1 ਓਵਰ 1 ਪਲਸ a ਸਕੁਏਰ ਅਤੇ a ਸਕੁਏਰ ਹੋਵੇਗਾ ਅਤੇ ਫਿਰ a ਦੇ ਸੰਬੰਧ ਵਿੱਚ ਇਸ x ਦਾ ਡੈਰੀਵੇਟਿਵ x ਹੋਵੇਗਾ। ਇਸ ਲਈ ਨਿਊਮਰੇਟਰ ਵਿੱਚ ਇੱਕ ਟਰਮ x ਹੋਵੇਗੀ ਅਤੇ ਡਿਨੋਮੀਨੇਟਰ ਵਿੱਚ ਇੱਕ ਟਰਮ ਹੈ ਇਹ x ਉਸ x ਨਾਲ ਕੈਂਸਲ ਹੋ ਜਾਵੇਗੀ। ਇਸ ਲਈ ਜਾਣੋ ਕਿ ਜੇ ਅਸੀਂ ਇੱਥੇ ਡਿਫਰੈਂਸ਼ੀਏਟ ਕਰਦੇ ਹਾਂ ਤਾਂ ਅਸੀਂ ਅਸਲ ਵਿੱਚ 0 ਨੂੰ ਇਨਫਿਨਿਟੀ ਤੱਕ ਪ੍ਰਾਪਤ ਕਰ ਰਹੇ ਹਾਂ ਅਤੇ ਇਹ tan ਇਨਵਰਸ 1 ਓਵਰ 1 ਪਲਸ a ਸਕੁਏਰ ਅਤੇ 1 ਸਕੁਏਰ ਹੋਵੇਗਾ ਅਤੇ ਫਿਰ ਸਾਡੇ ਕੋਲ
ਇਸੇ x ਤੋਂ ਇੱਕ ਟਰਮ ਹੈ ਇਸ ਲਈ ਇਹ x ਉੱਥੇ ਹੋਵੇਗੀ। ਅਤੇ ਫਿਰ ਪਹਿਲਾਂ ਹੀ ਇਹ x ਅਤੇ 1 ਪਲੱਸ x ਸਕੁਏਅਰ ਸੀ। ਅਤੇ ਫਿਰ ਸਾਡੇ ਕੋਲ dx ਟਰਮ ਹੈ। ਇਹ ਕੈਂਸਲ ਹੋ ਜਾਂਦਾ ਹੈ ਅਤੇ ਉੱਥੇ ਸਾਨੂੰ ਸਿਰਫ ਇਹ 1 ਪਲੱਸ x ਸਕੁਏਅਰ ਟਰਮ ਅਤੇ x ਸਕੁਏਅਰ ਮਿਲਦਾ ਹੈ ਅਤੇ ਇਸ ਨੂੰ ਇੱਥੇ 1 ਪਲੱਸ x ਸਕੁਏਅਰ ਦੀ ਟਰਮ ਮਿਲਦੀ ਹੈ ਇਹ 2। ਅਤੇ ਹੁਣ ਅਸੀਂ ਇੱਥੇ ਪਾਰਸ਼ਲ ਫ੍ਰੈਕਸ਼ਨਸ ਨੂੰ ਕਰ ਸਕਦੇ ਹਾਂ। ਇਸ ਦੇ 1 ਓਵਰ 1 ਪਲੱਸ a ਸਕੁਏਅਰ x ਸਕੁਏਅਰ ਅਤੇ 1 ਪਲੱਸ x ਸਕੁਏਅਰ ਦੇ ਇਸ ਪਾਰਸ਼ਲ ਫ੍ਰੈਕਸ਼ਨਸ ਨੂੰ 1 ਓਵਰ 1 ਪਲੱਸ x ਸਕੁਏਅਰ ਮਾਈਨਸ a ਸਕੁਏਅਰ ਓਵਰ 1 ਪਲੱਸ a ਸਕੁਏਅਰ x ਸਕੁਏਅਰ ਦੇ ਰੂਪ ਵਿੱਚ ਦਿੱਤਾ ਜਾਵੇਗਾ। ਅਤੇ ਫਿਰ ਇਸ ਨੂੰ ਸੰਤੁਲਿਤ ਕਰਨ ਲਈ ਸਾਨੂੰ ਇਸ ਨੂੰ ਮਲਟੀਪਲਾਈ ਬਾਏ 1 ਓਵਰ a ਸਕੁਏਅਰ ਦੇ ਨਾਲ ਕਰਨ ਦੀ ਜ਼ਰੂਰਤ ਹੈ ਕਿਉਂਕਿ ਜੇ ਤੁਸੀਂ ਵੇਖਦੇ ਹੋ ਕਿ ਇਹ ਟਰਮ 1 ਪਲੱਸ x ਸਕੁਏਅਰ ਅਤੇ 1 ਜਮ੍ਹਾਂ a ਸਕੁਏਅਰ ਅਤੇ x ਸਕੁਏਅਰ ਟਰਮ ਦੀ ਤਰ੍ਹਾਂ ਹੈ ਇੱਥੇ ਜਦੋਂ ਅਸੀਂ ਮਲਟੀਪਲਾਈ ਕਰਦੇ ਹਾਂ ਤਾਂ ਉੱਥੇ 1 ਪਲੱਸ a ਸਕੁਏਅਰ ਅਤੇ x ਸਕੁਏਅਰ ਹੋਵੇਗਾ ਅਤੇ a ਮਾਈਨਸ a ਸਕੁਏਅਰ ਮਾਈਨਸ a ਸਕੁਏਅਰ ਅਤੇ x ਸਕੁਏਅਰ ਹੋਵੇਗਾ। ਇਹ ਕੈਂਸਲ ਕਰ ਦਿੱਤਾ ਜਾਵੇਗਾ ਤਾਂ ਸਾਡੇ ਕੋਲ 1 ਮਾਈਨਸ a ਸਕੁਏਅਰ ਹੈ ਅਤੇ ਇਸ ਨੂੰ ਸੰਤੁਲਿਤ ਕਰਨ ਲਈ ਸਾਨੂੰ ਉੱਥੇ ਇਹ 1 ਮਾਈਨਸ a ਸਕੁਏਅਰ ਦੀ ਜ਼ਰੂਰਤ ਹੈ। ਇਹ ਇਸ ਦੁਆਰਾ ਵੀ ਕੈਂਸਲ ਕਰ ਦਿੱਤਾ ਜਾਵੇਗਾ ਅਤੇ ਸਾਨੂੰ ਇਸ ਇੰਟੀਗਰਲ ਦਾ ਬਿਲਕੁਲ ਇੰਟੀਗਰੈਂਡ ਮਿਲੇਗਾ ਇਸ ਲਈ ਇਹ ਠੀਕ ਹੈ ਇਸ ਪਾਰਸ਼ਲ ਫ੍ਰੈਕਸ਼ਨਸ ਨਾਲ ਅਤੇ ਹੁਣ ਅਸੀਂ ਇਸ ਨੂੰ ਆਸਾਨੀ ਨਾਲ ਇੰਟੀਗਰੇਟ ਕਰ ਸਕਦੇ ਹਾਂ ਇਸ ਲਈ ਫਸਟ ਇੰਟੀਗਰਲ ਓਵਰ ਹੈ 1 ਓਵਰ x ਸਕੁਏਅਰ ਜੋ ਕਿ tan ਇਨਵਰਸ x ਹੈ ਅਤੇ ਦੂਜੇ ਮਾਮਲੇ ਵਿੱਚ ਸਾਡੇ ਕੋਲ tan ਇਨਵਰਸ x ਹੈ ਅਤੇ ਇਹ ਦੁਆਰਾ ਵੰਡਿਆ ਗਿਆ ਹੈ ਇਸ ਲਈ ਇਹ 1 ਓਵਰ 1 ਮਾਈਨਸ a ਸਕੁਏਅਰ ਹੋਵੇਗਾ ਫਸਟ ਇੰਟੀਗਰਲ tan ਇਨਵਰਸ x ਅਤੇ ਮਾਈਨਸ 1 ਓਵਰ a ਦਿੰਦਾ ਹੈ ਅਤੇ ਇਹ ਸਕੁਏਅਰ ਸਾਨੂੰ a ਅਤੇ tan ਇਨਵਰਸ x ਦੇਵੇਗਾ। ਅਤੇ ਲਿਮਿਟ 0 ਨੂੰ ਇਨਫਿਨਿਟੀ ਇਸ ਲਈ ਜਦੋਂ ਅਸੀਂ ਇਸ ਇਨਫਿਨਿਟੀ ਨੂੰ tan ਇਨਵਰਸ x ਰੱਖਦੇ ਹਾਂ ਜਦੋਂ x ਇਨਫਿਨਿਟੀ ਤੇ ਗੋਜ਼ ਟੂ ਹੈ ਤਾਂ ਇਹ ਪਾਈ ਬਾਏ 2 ਹੋਵੇਗਾ ਅਤੇ ਇੱਥੇ ਵੀ ਮਾਈਨਸ a ਪਾਈ ਬਾਏ 2 ਹੋਏਗਾ ਇਸ ਲਈ ਮਾਈਨਸ a ਪਾਈ ਬਾਏ 2 ਅਤੇ ਜਦੋਂ ਅਸੀਂ ਲਿਮਿਟ ਨੂੰ ਹੇਠਲੀ ਲਿਮਿਟ ਲੈਂਦੇ ਹਾਂ ਜਿਵੇਂ ਕਿ x 0 ਤੇ ਗੋਜ਼ ਟੂ ਹੈ ਤਾਂ ਦੋਵੇਂ 0 ਹੋ ਜਾਣਗੇ। ਸਾਡੇ ਕੋਲ 1 ਓਵਰ 1 ਮਾਈਨਸ a ਸਕੁਏਅਰ ਹੈ ਅਤੇ ਪਾਈ ਬਾਏ 2 ਅਸੀਂ ਕਾਮਨ ਲੈ ਸਕਦੇ ਹਾਂ ਅਤੇ ਸਾਨੂੰ 1 ਮਾਈਨਸ a ਮਿਲੇਗਾ ਇਸ ਲਈ ਇਹ ਇੰਟੀਗਰਲ ਹੈ ਅਤੇ ਇਹ 1 ਮਾਈਨਸ a ਇੱਥੇ ਸਾਡੇ ਕੋਲ 1 ਮਾਈਨਸ a ਸਕੁਏਅਰ ਹੈ ਇਹ ਵੀ ਹੋ ਸਕਦਾ ਹੈ ਅਸੀਂ ਕੈਂਸਲ ਕਰ ਸਕਦੇ ਹਾਂ ਅਤੇ ਸਾਨੂੰ ਇੱਥੇ 1 ਪਲੱਸ a ਮਿਲੇਗਾ। ਸਾਨੂੰ ਇਹ ਡਿਫਰੈਂਸ਼ੀਅਲ ਇਕੁਏਸ਼ਨ ਮਿਲਦੀ ਹੈ ਕਿ df d ਪਾਈ ਓਵਰ dA ਜਾਂ ਫਾਈ ਪ੍ਰਾਈਮ a ਪਾਈ ਬਾਏ 2 ਦੇ ਇਕੁਅਲ ਹੈ ਅਤੇ 1 ਓਵਰ 1 ਪਲੱਸ a ਹੈ ਸਾਨੂੰ ਇੱਥੇ ਇਹ ਡੈਰੀਵੇਟਿਵ ਮਿਲਿਆ ਹੈ ਅਤੇ ਇਹ ਹਮੇਸ਼ਾ ਉਹ ਪ੍ਰਕਿਰਿਆ ਹੈ ਜੋ ਇਸ ਨੂੰ ਆਸਾਨ ਬਣਾਉਂਦੀ ਹੈ ਕਿਉਂਕਿ ਹੁਣ ਅਸੀਂ ਆਸਾਨੀ ਨਾਲ ਇਸ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਇੰਟੀਗਰੇਟ ਕਰ ਸਕਦੇ ਹਾਂ। ਜਦੋਂ ਅਸੀਂ ਇਸ ਨੂੰ ਇੰਟੀਗਰੇਟ ਕਰਾਂਗੇ ਤਾਂ ਸਾਨੂੰ ਫਾਈ a ਮਿਲੇਗਾ ਅਤੇ ਇਹ ln ਹੋਵੇਗਾ 1 ਪਲੱਸ a ਦਾ ਲਘੂਗਣਕ ਪਾਈ ਬਾਏ 2 ਦੇ ਨਾਲ ਅਤੇ ਪਲੱਸ ਕੁਝ ਕੋਨਸਟੈਂਟ ਇੰਟੀਗਰੇਸ਼ਨ ਦਾ ਕੋਨਸਟੈਂਟ ਇੱਕ ਆਰਬਿਟਰੇਰੀ ਕੋਨਸਟੈਂਟ ਪਰ ਉਹ ਕੋਨਸਟੈਂਟ ਦਾ ਮੁਲਾਂਕਣ ਕਰਨਾ ਆਸਾਨ ਵੀ ਹੈ ਕਿਉਂਕਿ ਸਾਨੂੰ ਇਹ ਨੋਟ ਕਰਨਾ ਚਾਹੀਦਾ ਹੈ ਕਿ ਇਹ ਫਾਈ a tan ਇਨਵਰਸ x ਓਵਰ x ਸੀ ਅਤੇ 1 ਪਲੱਸ x ਸਕੁਏਅਰ dx ਅਤੇ ਫਾਈ a ਵੈਲਿਊ ਫਾਈ 0 ਤੇ ਇਸ ਲਈ ਅਸੀਂ ਉਹ ਪੁਆਇੰਟ ਲਵਾਂਗੇ ਜਿੱਥੇ ਅਸੀਂ ਜਾਣਦੇ ਹਾਂ ਇਸੇ ਤਰ੍ਹਾਂ ਇੰਟੀਗਰਲ ਵੈਲਿਊ ਆਸਾਨੀ ਨਾਲ a 0 ਤੋਂ ਇਨਫਿਨਿਟੀ ਅਤੇ tan 0 ਤੱਕ ਹੈ ਇਹ 0 ਹੋਵੇਗਾ ਇਸ ਲਈ ਇੱਥੇ ਸਾਡੇ ਕੋਲ ਫਾਈ 0 ਹੈ। ਇਹ ਜਾਣਕਾਰੀ ਦਿੱਤੀ ਗਈ ਹੈ ਜਿਸ ਦੀ ਵਰਤੋਂ ਅਸੀਂ ਇਸ ਕੋਨਸਟੈਂਟ c ਦਾ ਮੁਲਾਂਕਣ ਕਰਨ ਲਈ ਕਰ ਸਕਦੇ ਹਾਂ ਇਸ ਲਈ ਇਸ ਫਾਈ ਨਾਲ 0 ਦੇ ਇਕੁਅਲ ਹੈ ਇੱਥੇ 0 ਅਤੇ ਫਿਰ ਇਹ 0 ਹੈ ln ਦੁਬਾਰਾ 1 0 ਹੈ ਇਸ ਲਈ ਸਾਨੂੰ ਪ੍ਰਾਪਤ c 0 ਦੇ ਇਕੁਅਲ ਹੁੰਦਾ ਹੈ ਸਾਨੂੰ ਇਹ ਕੋਨਸਟੈਂਟ 0 ਦੇ ਰੂਪ ਵਿੱਚ ਮਿਲਿਆ ਅਤੇ ਫਿਰ ਫਾਈ a ਬਾਏ 2 ਨਾਲ ਪਾਈ ਬਣ ਜਾਂਦੀ ਹੈ ln 1 ਜੋੜ a ਫਾਈ a ਬਾਏ 2 ਪਾਈ ਹੈ ਅਤੇ ਇਹ ln ਵੀ ਇਸ ਲਈ ਇਹ ਲੌਗ ਸਿਰਫ ਨੈਚੁਰਲ ਲੋਗਰਿਦਮਿਕ ln ਅਤੇ 1 ਪਲੱਸ a ਹੈ ਅਤੇ ਇਹੀ ਉਹ ਹੈ ਜੋ ਅਸੀਂ ਇਸ ਨੂੰ ਸਾਬਤ ਕਰਨਾ ਚਾਹੁੰਦੇ ਹਾਂ ਸਾਨੂੰ ਇਸ ਵੈਲਿਊ ਨੂੰ ਇੱਥੇ ਇਸ ਲੈਬਨਿਟਜ਼ ਰੂਲ ਦੀ ਵਰਤੋਂ ਕਰਦੇ ਹੋਏ ਪ੍ਰਾਪਤ ਹੋਇਆ ਜਾਂ ਇੰਟੀਗਰਲ ਸਾਈਨ ਦੇ ਅਧੀਨ ਅੰਤਰ ਬਹੁਤ ਆਸਾਨ ਹੈ। ਇਸ ਲਈ ਇੱਕ ਹੋਰ ਉਦਾਹਰਣ ਜਿੱਥੇ ਅਸੀਂ 0 ਤੋਂ ਇਨਫਿਨਿਟੀ ਪਾਵਰ ਮਾਈਨਸ x ਸਕੁਏਅਰ ਅਤੇ ਕੋਸ ਅਲਫਾ x dx ਦਾ ਮੁਲਾਂਕਣ ਕਰਾਂਗੇ।
ਇਸ ਲਈ ਦੁਬਾਰਾ ਉਹੀ ਪ੍ਰਕਿਰਿਆ ਅਸੀਂ ਇਸ ਨੂੰ ਅਲਫਾ ਦੇ ਫੰਕਸ਼ਨ ਅਲਫਾ ਦੇ ਇਹ ਫਾਈ ਦੇ ਰੂਪ ਵਿੱਚ ਲਵਾਂਗੇ ਅਤੇ ਫਿਰ ਅਲਫਾ ਦੇ ਸੰਬੰਧ ਵਿੱਚ ਇਸ ਫਾਈ ਦਾ ਡੈਰੀਵੇਟਿਵ ਪ੍ਰਾਪਤ ਕਰਾਂਗੇ। ਇਸ ਲਈ ਇੱਥੇ ਇਹ ਮਾਈਨਸ ਸਾਈਨ ਨਾਲ ਬਣ ਜਾਵੇਗਾ, ਮਾਈਨਸ ਸਾਈਨ ਅਲਫਾ ਐਕਸ, ਅਤੇ ਅਲਫਾ ਐਕਸ ਅਲਫਾ ਦੇ ਸੰਬੰਧ ਵਿੱਚ ਸਾਨੂੰ ਐਕਸ ਦੇਵੇਗਾ। ਅਤੇ ਬਿਲਕੁਲ ਇਹੀ ਪੁਆਇੰਟ ਹੈ ਕਿਉਂਕਿ ਇਹ ਅੰਸ਼ਕ ਤੌਰ ਤੇ ਡਿਫਰੈਂਸ਼ੀਏਟ ਸੌਖਾ ਨਹੀਂ ਸੀ, ਪਰ ਹੁਣ ਕਿਉਂਕਿ ਐਕਸ ਇੱਥੇ ਹੀ ਪਾਵਰ ਮਾਈਨਸ ਐਕਸ ਸਕੁਏਅਰ ਦੇ ਨਾਲ ਪ੍ਰਗਟ ਹੋਇਆ ਹੈ ਅਤੇ ਹੁਣ ਅਸੀਂ ਆਸਾਨੀ ਨਾਲ ਡਿਫਰੈਂਸ਼ੀਏਟ ਕਰ ਸਕਦੇ ਹਾਂ। ਇਸ ਲਈ ਅਸੀਂ ਇਸ ਮਿਆਦ ਨੂੰ ਆਸਾਨੀ ਨਾਲ ਇੰਟੀਗਰੇਟ ਕਰ ਸਕਦੇ ਹਾਂ ਅਤੇ ਇਸ ਮਿਆਦ ਨੂੰ ਡਿਫਰੈਂਸ਼ੀਏਟ ਵੀ ਕਰ ਸਕਦੇ ਹਾਂ। ਇਸ ਲਈ ਅਸੀਂ ਹਿੱਸਿਆਂ ਦੁਆਰਾ ਇੰਟੀਗਰਲ ਦੇ ਰੂਲ ਨੂੰ ਲਾਗੂ ਕਰ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ ਇਹ ਫਾਈ ਪ੍ਰਾਈਮ ਅਲਫਾ ਪ੍ਰਾਪਤ ਕਰਾਂਗੇ। ਇੱਥੇ ਹਿੱਸਿਆਂ ਦੁਆਰਾ ਇੰਟੀਗਰੇਸ਼ਨ ਸਾਨੂੰ e ਪਾਵਰ ਮਾਈਨਸ ਐਕਸ ਸਕੁਏਅਰ ਮਾਈਨਸ ਓਵਰ 2 ਦੇ ਚਿੰਨ੍ਹ ਨਾਲ ਪ੍ਰਾਪਤ ਕਰੇਗਾ ਅਤੇ ਇਸ ਮਾਈਨਸ ਸਾਈਨ ਨਾਲ ਇਸ ਨੂੰ ਪਲੱਸ ਕਰ ਦੇਵੇਗਾ ਇਸ ਇੱਕ ਦਾ ਇੰਟੀਗਰਲ। ਅਤੇ ਸਾਈਨ ਇਸੇ ਤਰ੍ਹਾਂ ਰਹਿੰਦਾ ਹੈ, ਸਾਈਨ ਅਲਫਾ ਐਕਸ। ਫਿਰ ਲਿਮਿਟ 0 ਤੋਂ ਅਲਫਾ ਤੱਕ ਇਹ ਮਾਈਨਸ ਸਾਈਨ ਹੋਵੇਗਾ ਅਤੇ ਇਹ ਮਾਈਨਸ ਮਾਈਨਸ ਪਲੱਸ ਬਣ ਜਾਵੇਗਾ। ਸਾਡੇ ਕੋਲ 0 ਤੋਂ ਇਨਫਿਨਿਟੀ ਹੈ, ਇਸ ਲਈ ਦੁਆਰਾ 0 ਤੋਂ ਇਨਫਿਨਿਟੀ ਇਸ e ਪਾਵਰ ਮਾਈਨਸ ਐਕਸ ਸਕੁਏਅਰ ਐਕਸ ਦਾ ਇੰਟੀਗਰਲ ਹੈ ਜੋ ਕਿ ਮਾਈਨਸ e ਪਾਵਰ ਮਾਈਨਸ ਐਕਸ ਸਕੁਏਅਰ 2 ਅਤੇ ਇਹ ਸਾਈਨ ਹੈ। ਇਸ ਸਾਈਨ ਅਲਫਾ ਐਕਸ ਦਾ ਡੈਰੀਵੇਟਿਵ ਕੋਸ ਅਲਫਾ ਐਕਸ ਹੋਵੇਗਾ ਅਤੇ ਫਿਰ ਅਲਫਾ ਐਕਸ ਦਾ ਡੈਰੀਵੇਟਿਵ ਅਲਫਾ ਅਤੇ dx ਹੋਵੇਗਾ। ਸੋ ਸਾਡੇ ਕੋਲ ਇਹ ਹੁਣ ਹੈ ਇਹ ਜਦੋਂ x goes to ਇਨਫਿਨਿਟੀ ਹੈ ਇਹ 0 ਤੇ ਜਾਵੇਗਾ ਅਤੇ ਜਦੋਂ x goes to 0 ਕਿਉਂਕਿ ਸਾਈਨ ਦੇ ਕਾਰਨ ਇਹ 0 ਤੇ ਜਾਏਗਾ, ਇਸ ਲਈ ਪਹਿਲਾ ਕਾਰਜਕਾਲ ਖਤਮ ਹੋ ਜਾਵੇਗਾ ਅਤੇ ਫਿਰ ਦੂਜਾ ਇੱਕ ਸਾਡੇ ਕੋਲ ਇਹ ਮਾਈਨਸ ਸਾਈਨ ਅੱਧਾ ਹੈ ਅਤੇ e ਪਾਵਰ ਮਾਈਨਸ ਐਕਸ ਸਕੁਏਅਰ ਕੋਸ ਅਲਫਾ ਐਕਸ ਉਹੀ ਇੰਟੀਗਰਲ ਹੈ ਜਿਸ ਦੀ ਅਸੀਂ ਫਾਈ a ਨਾਲ ਸ਼ੁਰੂਆਤ ਕੀਤੀ ਹੈ। ਇਸ ਲਈ ਇਹ ਮਾਈਨਸ ਅਲਫਾ ਬਾਏ 2 ਵਰਗਾ ਹੋਵੇਗਾ ਅਤੇ ਇਹ ਫਾਈ a। ਸੋ ਮਾਈਨਸ ਅਲਫਾ ਬਾਏ 2 ਅਤੇ ਇਹ ਫਾਈ a ਇੱਕੋ ਇੰਟੀਗਰਲ ਵਿੱਚ ਸਾਨੂੰ ਇਹ ਡਿਫਰੈਂਸ਼ੀਅਲ ਇਕੁਏਸ਼ਨ ਫਾਈ ਪ੍ਰਾਈਮ ਅਲਫਾ ਮਾਈਨਸ ਅਲਫਾ ਬਾਏ 2 ਦੇ ਇਕੁਅਲ ਮਿਲਦਾ ਹੈ ਅਤੇ ਫਾਈ a ਜੋ ਇੰਟੀਗਰੇਟ ਕਰਨਾ ਬਹੁਤ ਆਸਾਨ ਹੈ। ਸੋ ਅਸੀਂ ਇਸ ਫਾਈ ਅਲਫਾ ਨੂੰ ਲੈਫਟ ਹੈਂਡ ਸਾਈਡ ਲੈ ਜਾ ਸਕਦੇ ਹਾਂ ਅਤੇ ਇੱਥੇ d ਅਲਫਾ ਰਾਈਟ ਹੈਂਡ ਸਾਈਡ ਜਾਏਗਾ ਅਤੇ ਇਸ ਨੂੰ ਏਕੀਕ੍ਰਿਤ ਕਰਨ ਨਾਲ ਸਾਨੂੰ ਇਸ ਫਾਈ ਅਲਫਾ ਦਾ ਇਹ ਲਘੂਗਣਕ ਮਿਲੇਗਾ ਅਤੇ ਇਹ ਕੁਝ ਕੋਨਸਟੈਂਟ ਦੁਆਰਾ ਮਾਈਨਸ ਅਲਫਾ ਸਕੁਏਅਰ ਬਾਏ 4 ਪਲੱਸ ਦੇ ਇਕੁਅਲ ਹੈ ਅਤੇ ਇਹ ਫਾਈ ਅਲਫਾ ਸੋ ਐਕਸਪੋਨੈਂਸ਼ੀਅਲ ਨੂੰ ਇਸ ਪਾਸੇ ਲਵੇਗਾ। ਸੋ ਅਸੀਂ ਐਕਸਪੋਨੈਂਸ਼ੀਅਲ ਮਾਈਨਸ ਅਲਫਾ ਸਕੁਏਅਰ 4 ਇਨਟੂ ਪਾਵਰ c ਅਤੇ ਉਹ e ਪਾਵਰ c ਅਸੀਂ ਇੱਕ ਹੋਰ ਕੋਨਸਟੈਂਟ ਮੰਨ ਸਕਦੇ ਹਾਂ। ਇਸ ਲਈ ਸਾਡੇ ਕੋਲ c ਇੱਕ e ਪਾਵਰ ਮਾਈਨਸ ਅਲਫਾ ਸਕੁਏਅਰ ਬਾਏ 4 ਹੈ। ਅਤੇ ਹੁਣ ਅਸੀਂ ਨੋਟ ਕਰਦੇ ਹਾਂ ਕਿ ਇਹ ਫਾਈ 0 ਸੋ ਫਾਈ ਅਲਫਾ e ਪਾਵਰ 0 ਤੋਂ ਇਨਫਿਨਿਟੀ ਪਾਵਰ ਮਾਈਨਸ ਐਕਸ ਸਕੁਏਅਰ ਐਕਸ ਕੋਸ ਅਲਫਾ ਐਕਸ dx ਸੀ। ਇਸ ਲਈ ਫਾਈ 0 ਤੋਂ ਇਨਫਿਨਿਟੀ e ਪਾਵਰ ਮਾਈਨਸ ਐਕਸ ਸਕੁਏਅਰ dx ਅਤੇ ਉਹ e ਪਾਵਰ ਮਾਈਨਸ ਐਕਸ ਸਕੁਏਅਰ ਹੋਵੇਗਾ dx। ਇਹ ਇੰਟੀਗਰਲ ਅਸੀਂ ਪਿਛਲੇ ਭਾਸ਼ਣਾਂ ਵਿੱਚ ਵੀ ਵੇਖਿਆ ਹੈ ਅਤੇ ਵਿੱਚ ਅਗਲੇ ਭਾਸ਼ਣਾਂ ਵਿੱਚ ਵੀ ਅਸੀਂ ਵੇਖਾਂਗੇ। ਸਾਬਤ ਕਰੋ ਕਿ ਸਕੁਏਅਰ ਰੂਟ ਪਾਈ ਬਾਏ 2 ਦੇ ਇਕੁਅਲ ਹੈ। ਇਸ ਲਈ ਸਟੈਂਡਰਡ ਇੰਟੀਗਰਲ ਦੀ ਇਹ ਵੈਲਿਊ ਸਕੁਏਅਰ ਰੂਟ ਪਾਈ ਬਾਏ 2 ਹੈ। ਇਸ ਲਈ ਅਸੀਂ ਜਾਣਦੇ ਹਾਂ ਫਾਈ 0। ਇਸ ਲਈ ਇਹ ਅਸੀਂ ਹੁਣ ਕੰਪਿਊਟ ਕਰ ਸਕਦੇ ਹਾਂ। ਸੋ c ਇੱਕ ਸਕੁਏਅਰ ਰੂਟ ਪਾਈ ਬਾਏ 2 ਹੋਵੇਗਾ ਕਿਉਂਕਿ ਜਦੋਂ ਅਸੀਂ ਇੱਥੇ ਅਲਫਾ 0 ਰੱਖਦੇ ਹਾਂ ਤਾਂ ਇਹ ਪਾਵਰ ਮਾਈਨਸ ਅਲਫਾ ਸਕੁਏਅਰ ਬਾਏ 4 ਬਣ ਜਾਣਗੇ। ਸਾਡੇ ਕੋਲ c ਇੱਕ ਰਾਈਟ ਹੈਂਡ ਸਾਈਡ ਹੈ ਅਤੇ ਇਹ ਸਕੁਏਅਰ ਰੂਟ ਪਾਈ ਬਾਏ 2 ਹੋਵੇਗੀ। ਇਸ ਦਾ ਅਰਥ ਇਹ ਹੈ ਕਿ 0 ਤੋਂ ਇਨਫਿਨਿਟੀ e ਪਾਵਰ ਮਾਈਨਸ ਐਕਸ ਸਕੁਏਅਰ ਕੋਸ ਅਲਫਾ ਐਕਸ dx ਸਕੁਏਅਰ ਰੂਟ ਪਾਈ ਬਾਏ 2 ਦੇ ਇਕੁਅਲ ਹੋਵੇਗਾ ਅਤੇ 2 e ਪਾਵਰ ਮਾਈਨਸ ਅਲਫਾ ਸਕੁਏਅਰ ਬਾਏ 4 ਨਾਲ ਇਹ ਉਸ ਇੰਟੀਗਰਲ ਦੀ ਵੈਲਿਊ ਹੈ ਜਿਸ ਦਾ ਅਸੀਂ ਮੁਲਾਂਕਣ ਕਰਨਾ ਚਾਹੁੰਦੇ ਹਾਂ। ਤੀਜਾ ਉਦਾਹਰਣ ਦੁਬਾਰਾ ਬਹੁਤ ਸਰਲ ਹੈ। ਸੋ ਸਾਡੇ ਕੋਲ ਇਹ ਫਾਈ ਅਲਫਾ ਤੋਂ ਅਲਫਾ ਸਕੁਏਅਰ ਅਤੇ ਸਾਈਨ ਅਲਫਾ ਐਕਸ ਐਕਸ dx ਦੇ ਇਕੁਅਲ ਹੈ ਅਤੇ ਅਸੀਂ ਇਸ ਫਾਈ ਪ੍ਰਾਈਮ ਅਲਫਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਜਿੱਥੇ ਅਲਫਾ 0 ਨਹੀਂ ਹੈ। ਇਸ ਲਈ ਇਹ ਇਸ ਇੰਟੀਗਰਲ ਦੇ ਅਧੀਨ ਇਸ ਡਿਫਰੈਂਸ਼ੀਏਟ ਦਾ ਸਿੱਧਾ ਐਪਲੀਕੇਸ਼ਨ ਹੈ। ਜੇ ਅਸੀਂ ਇਸ ਨੂੰ ਡਿਫਰੈਂਸ਼ੀਏਟ ਦੇ ਇੰਟੀਗਰਲ ਸਾਈਨ ਅਧੀਨ ਸੁਭਾਵਕ ਤੌਰ ਤੇ ਵੱਖਰਾ ਕਰਦੇ ਹਾਂ ਤਾਂ ਅਸੀਂ ਇਸ ਸਾਈਨ ਅਲਫਾ ਦੇ ਡੈਰੀਵੇਟਿਵ ਨੂੰ ਅਲਫਾ ਦੇ ਸੰਬੰਧ ਵਿੱਚ ਲਵਾਂਗੇ। ਇਸ ਲਈ ਕੋਸ ਅਲਫਾ ਐਕਸ ਹੋਵੇਗਾ ਅਤੇ ਫਿਰ ਅਲਫਾ ਦੇ ਸੰਬੰਧ ਵਿੱਚ ਇਸ ਅਲਫਾ ਐਕਸ ਦਾ ਅੰਤਰ ਸਾਨੂੰ ਉੱਥੇ ਐਕਸ ਦੇਵੇਗਾ ਅਤੇ ਫਿਰ dx ਪਲੱਸ ਉਪਰੋਕਤ ਲਿਮਿਟ ਦਾ ਡੈਰੀਵੇਟਿਵ। ਇਸ ਲਈ ਇਹ 2 ਅਲਫਾ ਹੈ
ਅਤੇ ਫਿਰ ਇੰਟੀਗ੍ਰੈਂਡ ਵਿੱਚ ਅਸੀਂ ਇਸ ਅਲਫਾ ਸਕੁਏਅਰ ਨੂੰ x ਲਈ ਸਬਸਟੀਟਿਊਟ ਕਰਾਂਗੇ। ਸਾਡੇ ਕੋਲ ਸਾਈਨ ਅਲਫਾ ਸਕੁਏਅਰ ਉੱਤੇ ਇਸ ਅਲਫਾ x ਲਈ ਸਾਈਨ ਅਲਫਾ ਕਣ ਹੈ ਅਤੇ ਅਲਫਾ ਦੇ ਸੰਬੰਧ ਵਿੱਚ ਇਸ ਅਲਫਾ ਦੇ ਡੈਰੀਵੇਟਿਵ ਨੂੰ ਮਾਈਨਸ ਜੋ ਇੱਥੇ 1 ਹੈ ਅਤੇ ਫਿਰ ਸਾਈਨ ਅਲਫਾ x ਇਸ ਲਈ ਅਲਫਾ ਸਾਈਨ ਅਲਫਾ ਸਕੁਏਅਰ ਅਤੇ ਫਿਰ ਇੱਥੇ 1 ਅਲਫਾ ਦੁਆਰਾ ਬਦਲਿਆ ਜਾਵੇਗਾ। ਸੋ ਅਸੀਂ ਇਸ ਲੈਬਨਿਟਜ਼ ਰੂਲ ਨੂੰ ਇਸ ਇੰਟੀਗਰਲ ਤੇ ਲਾਗੂ ਕੀਤਾ ਹੈ ਅਤੇ ਹੁਣ ਇੱਥੇ ਇਹ x ਰੱਦ ਹੋ ਜਾਂਦਾ ਹੈ। ਸਾਡੇ ਕੋਲ ਇੱਕ ਕੋਸ ਅਲਫਾ x ਮਿਆਦ ਹੈ। ਸੋ ਇਹ ਕੋਸ ਅਲਫਾ x ਇੰਟੀਗਰਲ ਜਿਸ ਨੂੰ ਅਸੀਂ ਸਾਈਨ ਅਲਫਾ x ਅਲਫਾ ਤੇ ਲਿਮਿਟ ਕਰਦੇ ਹਾਂ ਅਲਫਾ ਨੂੰ ਅਲਫਾ ਸਕੁਏਅਰ ਪਲੱਸ ਇਹ 2 ਅਲਫਾ। ਇਸ ਲਈ ਇਹ ਅਲਫਾ ਇੱਥੇ 2 ਓਵਰ ਅਲਫਾ ਅਤੇ ਸਾਈਨ ਅਲਫਾ ਕਣ ਕੈਂਸਲ ਕਰ ਦਿੰਦਾ ਹੈ ਅਤੇ ਇੱਥੇ ਸਾਡੇ ਕੋਲ ਸਾਈਨ ਅਲਫਾ ਸਕੁਏਅਰ ਓਵਰ ਅਲਫਾ ਹੈ। ਸੋ ਹੁਣ ਜਦੋਂ ਅਸੀਂ ਉੱਪਰਲੀ ਲਿਮਿਟ ਪਾਉਂਦੇ ਹਾਂ ਤਾਂ ਅਸੀਂ ਇੱਥੇ ਸਾਈਨ ਅਲਫਾ ਕਣ ਬਾਏ ਅਲਫਾ ਪ੍ਰਾਪਤ ਕਰਾਂਗੇ। ਸਾਡੇ ਕੋਲ 2 ਟਾਈਮਸ ਸਾਈਨ ਅਲਫਾ ਕਣ ਓਵਰ ਅਲਫਾ ਹੈ। ਸੋ ਇਹ 3 ਟਾਈਮਸ ਸਾਈਨ ਅਲਫਾ ਕਣ ਓਵਰ ਅਲਫਾ ਹੋਵੇਗਾ ਅਤੇ ਫਿਰ ਇੱਥੋਂ ਇਹ ਮਾਈਨਸ ਪਹਿਲਾ ਮਿਆਦ ਤੋਂ ਸਾਨੂੰ ਸਾਈਨ ਅਲਫਾ ਸਕੁਏਅਰ ਓਵਰ ਅਲਫਾ ਮਿਲੇਗਾ ਅਤੇ ਫਿਰ ਇਸ ਮਿਆਦ ਤੋਂ ਵੀ ਇਹ ਸਾਈਨ ਅਲਫਾ ਸਕੁਏਅਰ ਅਲਫਾ। ਇਸ ਤਰ੍ਹਾਂ ਸਾਨੂੰ -2 ਪ੍ਰਾਪਤ ਹੋਣਗੇ। ਸੋ ਇੱਥੇ ਮਾਈਨਸ ਸਾਈਨ ਅਲਫਾ ਸਕੁਏਅਰ ਓਵਰ ਅਲਫਾ ਵੀ ਹੈ। ਸਾਈਨ ਮਾਈਨਸ ਸਾਈਨ ਅਲਫਾ ਸਕੁਏਅਰ ਓਵਰ ਅਲਫਾ ਇਸ ਲਈ ਇਹ -2 ਸਾਈਨ ਅਲਫਾ ਸਕੁਏਅਰ ਬਣ ਜਾਵੇਗਾ ਅਤੇ ਉਸ ਅਲਫਾ ਨਾਲ ਵੰਡਿਆ ਜਾਵੇਗਾ। ਇਹ ਇੱਥੇ ਇਸ ਇੰਟੀਗਰਲ ਦੀ ਵੈਲਿਊ ਹੈ 3 ਸਾਈਨ ਅਲਫਾ ਸਕੁਏਅਰ ਅਤੇ -2 ਸਾਈਨ ਅਲਫਾ ਸਕੁਏਅਰ ਓਵਰ ਅਲਫਾ। ਇਸ ਲਈ ਇਹ ਲੈਬਨਿਟਜ਼ ਰੂਲ ਦੀ ਸਿੱਧੀ ਐਪਲੀਕੇਸ਼ਨ ਸੀ ਅਤੇ ਇਸ ਕਨਕਲੂਜ਼ਨ ਤੇ ਪਹੁੰਚਦੇ ਹੋਏ ਅਸੀਂ ਇਸ ਲੈਬਨਿਟਜ਼ ਰੂਲ ਨੂੰ ਸਿੱਖਿਆ ਹੈ ਜੋ ਵੱਖਰਾ ਕਰਨ ਲਈ ਉਪਯੋਗੀ ਹੈ। ਇੰਟੀਗਰਲ ਸੋ ਜੇ ਸਾਡੇ ਕੋਲ ਇੰਟੀਗਰਲ ਹੈ ਅਤੇ ਅਸੀਂ ਉੱਥੇ ਅਲਫਾ ਦੇ ਸੰਬੰਧ ਵਿੱਚ ਡੈਰੀਵੇਟਿਵ ਲੈਣਾ ਚਾਹੁੰਦੇ ਹਾਂ ਤਾਂ ਇਹ ਰੂਲ ਕਹਿੰਦਾ ਹੈ ਕਿ ਅਸੀਂ ਇਸ ਡੈਰੀਵੇਟਿਵ ਟਰਮ ਨੂੰ ਇੰਟੀਗਰੈਂਡ ਵਿੱਚ ਲੈ ਸਕਦੇ ਹਾਂ ਜਿਸ ਦਾ ਅਰਥ ਹੈ ਕਿ ਅਲਫਾ ਪਲਸ ਦੇ ਸੰਬੰਧ ਵਿੱਚ f ਦਾ ਪਾਰਸ਼ਲ ਡੈਰੀਵੇਟਿਵ ਹੋਵੇਗਾ। ਉੱਪਰਲੀਆਂ ਟਰਮਜ਼ ਡੈਰੀਵੇਟਿਵ du ਅਲਫਾ ਓਵਰ 2 ਅਤੇ ਫਿਰ ਇੰਟੀਗਰੈਂਡ ਵਿੱਚ ਸਾਨੂੰ ਇਸ x ਨੂੰ ਉੱਪਰਲੀ ਲਿਮਿਟ ਮਾਈਨਸ ਹੇਠਲੀ ਲਿਮਿਟ ਦੇ ਡੈਰੀਵੇਟਿਵ ਨਾਲ ਬਦਲਣ ਦੀ ਜ਼ਰੂਰਤ ਹੈ d ਅਲਫਾ ਉੱਤੇ du1। ਇੰਟੀਗਰੈਂਡ ਵਿੱਚ ਅਸੀਂ ਇਸ x ਨੂੰ 1 u ਅਲਫਾ ਨਾਲ ਬਦਲ ਦੇਵਾਂਗੇ। ਇਸ ਲਈ ਇਹ ਲੈਬਨਿਟਜ਼ ਰੂਲ ਹੈ। ਇਹ ਉਹ ਹਵਾਲੇ ਹਨ ਜੋ ਲੈਕਚਰ ਨੂੰ ਤਿਆਰ ਕਰਨ ਲਈ ਵਰਤੇ ਹਨ। ਧੰਨਵਾਦ।